ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਵੱਲੋਂ ਰੋਜ਼ਾਨਾ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਹਰ ਬੁੱਧਵਾਰ ਅਸੀਂ ਇਤਿਹਾਸਕ ਸਰੋਤਾਂ ਦੇ ਉੱਤੇ ਵਿਚਾਰ ਕਰ ਰਹੇ ਹਾਂ, ਉਹਨਾਂ ਦੀ ਪੁੰਛਾਣ ਕਰ ਰਹੇ ਹਾਂ। ਕਾਫੀ ਲੰਬੇ ਸਮੇਂ ਤੋਂ ਇਹ ਵਿਸ਼ਾ ਅਸੀਂ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ, ਤਦ ਕਿ ਜਿੰਨੇ ਵੀ ਸਰੋਤ ਸਾਨੂੰ ਮਿਲਦੇ ਹਨ, ਸਾਰੇ ਸਰੋਤਾਂ ਦੀ ਜਾਣਕਾਰੀ ਸਾਨੂੰ ਸਾਰਿਆਂ ਨੂੰ ਮਿਲ ਸਕੇ। ਅਸੀਂ ਤੱਥ ਗੁਰਮਤਿ ਨੂੰ ਇੱਕ ਪਾਸੇ ਕਰੀਏ, ਇਤਿਹਾਸ ਦੀਆਂ ਮਿਲਾਵਟਾਂ ਜਿਹੜੀਆਂ ਇੱਕ ਪਾਸੇ ਕਰ ਸਕੀਏ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਘੋਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਇਤਿਹਾਸਕ ਸਰੋਤਾਂ ਦੀ ਖੋਜ ਵਿੱਚ ਬਹੁਤ ਸਾਰੇ ਖੋਜ ਕਰਨ ਦੀ ਲੋੜ ਹੈ। ਇਹ ਇੱਕ ਛੋਟਾ ਜਿਹਾ ਯਤਨ ਹੈ, ਸ਼ੁਰੂਆਤ ਹੈ, ਤੇ ਇਸ ਸ਼ੁਰੂਆਤ ਵਿੱਚੋਂ ਹੀ ਜਦੋਂ ਕਿਸੇ ਚੀਜ਼ ਨੂੰ ਸ਼ੁਰੂਆਤ ਕਰੀਏ ਤੇ ਅੱਗੇ ਉਹ ਗੱਲ ਚੱਲ ਪੈਂਦੀ ਹੈ। ਆਸ ਕਰਦੇ ਹਾਂ ਕਿ ਇਸ ਨੂੰ ਹੋਰ ਵੀ ਅੱਗੇ ਲੈ ਕੇ ਜਾਵਾਂਗੇ, ਤਦ ਕਿ ਇਹਨਾਂ ਇਤਿਹਾਸਕ ਸਰੋਤਾਂ ਦੇ ਅਸੀਂ ਵਿਚਾਰ ਕਰ ਸਕੀਏ। ਤਾਂ ਪਿਛਲੇ ਕੁਝ ਹਫ਼ਤਿਆਂ ਤੋਂ ਮਹਿਮਾ ਪ੍ਰਕਾਸ਼ ਦੀ ਵਿਚਾਰ ਚੱਲ ਰਹੀ ਹੈ। ਸਰੂਪ ਦਾਸ ਭੱਲੇ ਦਾ ਜੋ ਗ੍ਰੰਥ ਹੈ, ਅੱਜ ਵੀ ਉਸੇ ਵਿਚਾਰ ਨੂੰ ਅੱਗੇ ਤੋੜਦੇ ਹੋਏ ਵੀਰ ਪ੍ਰਭ ਕੀਰਤਨ ਸਿੰਘ ਜੀ ਸਾਡੇ ਨਾਲ ਅਗਲੀਆਂ ਵਿਚਾਰਾਂ ਸਾਂਝੀਆਂ ਕਰ ਰਹੇ ਹਨ। ਬੇਨਤੀ ਕਰਦਾ ਹਾਂ ਵੀਰ ਜੀ, ਕਿਰਪਾ ਕਰੋ, ਇਹਨਾਂ ਇਤਿਹਾਸਕ ਸਰੋਤਾਂ ਦੀ ਅਗਲੀ ਵਿਚਾਰ ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇੱਕ ਓੰਕਾਰ, ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਜਿਵੇਂ ਕਿ ਸਤਿਕਾਰਯੋਗ ਵੀਰ ਜੀ ਨੇ ਆਪ ਜੀ ਨੂੰ ਦੱਸਿਆ, ਅੱਜ ਕੱਲ੍ਹ ਅਸੀਂ ਇਤਿਹਾਸ ਦੇ ਇੱਕ ਬੜੇ ਵੱਡੇ ਸਰੋਤ, ਜਿਹੜਾ ਕਿ ਪਹਿਲਾਂ ਹੀ ਅਸੀਂ ਕਹਿ ਸਕਦੇ ਹਾਂ ਪਹਿਲੀ ਪੁਸਤਕ ਹੈ ਜਿਹਦੇ 10 ਪਾਤਸ਼ਾਹੀਆਂ ਦੇ ਜੀਵਨ ਦੇ ਬਾਰੇ ਗੱਲ ਕੀਤੀ ਗਈ ਹੋਵੇ, ਅਸੀਂ ਉਸ ਦੀ ਵਿਚਾਰ ਕਰ ਰਹੇ ਹਾਂ। ਪਿਛਲੇ ਹਫ਼ਤੇ ਜਦੋਂ ਅਸੀਂ ਸਮਾਪਤੀ ਕੀਤੀ ਸੀ ਤਾਂ 8ਵੇਂ ਪਾਤਸ਼ਾਹ ਦੇ ਜੀਵਨ ਦੀ ਵਿਚਾਰ, ਜਿਵੇਂ ਇਸ ਲਿਖਾਰੀ ਨੇ ਦਿੱਤੀ ਹੈ, ਉੱਥੇ ਤੱਕ ਅਸੀਂ ਸਮਾਪਤੀ ਕੀਤੀ ਸੀ। ਅੱਜ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਸੈਸ਼ਨ ਦੇ ਵਿੱਚ 9ਵੇਂ ਤੇ 10ਵੇਂ ਪਾਤਸ਼ਾਹ ਦੇ ਜੀਵਨ ਦੇ ਬਾਰੇ ਅਸੀਂ ਵਿਚਾਰ ਨੂੰ ਸੰਪੂਰਨ ਕਰ ਲਈਏ। ਤੋ 9ਵੀਂ ਪਾਤਸ਼ਾਹੀ ਦਾ ਜੀਵਨ ਜਦੋਂ ਸ਼ੁਰੂ ਹੁੰਦਾ ਹੈ, ਉਦੋਂ ਲਿਖਾਰੀ ਸਾਖੀ ਬਾਬੇ ਬਕਾਲੇ ਕੀ ਉਸ ਤੋਂ ਸ਼ੁਰੂ ਕਰਦਾ ਹੈ ਜੀ। ਅਸੀਂ ਪਿੱਛੇ ਵਿਚਾਰ ਕੀਤੀ ਸੀ ਕਿ ਜਦੋਂ 6ਵੇਂ ਪਾਤਸ਼ਾਹ ਦੇ ਜੀਵਨ ਦੀ ਅਸੀਂ ਵਿਚਾਰ ਕਰ ਰਹੇ ਸੀ ਕਿ 6ਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੂਰੀ ਉਹਨਾਂ ਦੇ ਜੀਵਨ ਇਤਿਹਾਸ ਵਿੱਚ ਇਸ ਲਿਖਾਰੀ ਨੇ ਕੇਵਲ ਇੱਕ ਵਾਰੀ ਜ਼ਿਕਰ ਕੀਤਾ ਹੈ, ਤੇ ਉਹ ਵੀ ਇਸ ਤਰ੍ਹਾਂ ਕੀਤਾ ਹੈ ਕਿ ਜਦੋਂ ਸਤਿਗੁਰੂ ਜੀ ਵਿਚਰਦੇ ਸਨ ਤਾਂ ਉਹਦੇ ਵਿੱਚ ਉਹ ਆਪਣੇ ਨਾਲ ਆਪਣੇ 5 ਸੁਪੁੱਤਰਾਂ ਨੂੰ ਲੈ ਕੇ ਵਿਚਰਦੇ ਸਨ, ਤੇ ਉੱਥੇ ਉਹਨੇ ਨਾਮ ਦਿੱਤੇ ਸਨ ਜਿਹਦੇ ਵਿੱਚ ਤੇਗ ਬਹਾਦਰ ਜੀ ਵੀ ਨਾਮ ਲਿਖਿਆ ਹੋਇਆ ਸੀ। ਹੁਣ ਤੱਕ ਅਸੀਂ 8ਵੇਂ ਪਾਤਸ਼ਾਹ ਦੇ ਜੀਵਨ ਦੀ ਵਿਚਾਰ ਕਰ ਚੁੱਕੇ ਹਾਂ, ਤੇ ਕੇਵਲ ਇੱਕ ਵਾਰੀ ਬਸ ਉਹੀ ਨਾਮ ਆਇਆ। ਤੇ ਹੁਣ ਇੱਥੇ ਲੇਖਕ ਜਿਹੜੀ ਸਾਖੀ ਸ਼ੁਰੂ ਕਰ ਰਿਹਾ ਉਹ ਬਾਬੇ ਬਕਾਲੇ ਤੋਂ ਸ਼ੁਰੂ ਕਰ ਰਿਹਾ। ਤਾਂ ਇਸ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇਸ ਲੇਖਕ ਨੇ ਗੁਰੂ ਸਾਹਿਬ ਦਾ ਗੁਰਿਆਈ ਤੋਂ ਪਹਿਲਾਂ ਕੀ ਜੀਵਨ ਸੀ, ਉਹਦੇ ਵਿੱਚ ਉਹਨਾਂ ਨੇ ਕੀ ਕੀ ਸੇਵਾਵਾਂ ਕੀਤੀਆਂ, ਉਹਨਾਂ ਦਾ ਬਚਪਨ ਕੈਸਾ ਰਿਹਾ, ਪਾਲਣ ਪੋਸ਼ਣ, ਵਿਦਿਆ ਇਤਿਆਦਿਕ ਜੋ ਵੀ ਪੱਖ ਸਾਰੇ ਕਿਸੇ ਵੀ ਵਿਅਕਤੀ ਨੂੰ ਸਮਝਣ ਲਈ ਚਾਹੀਦੇ ਹੁੰਦੇ ਹਨ, ਉਹਨਾਂ ਚੀਜ਼ਾਂ ਦੀ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਕਿਤੇ ਵੀ ਕੋਈ ਜ਼ਿਕਰ ਨਹੀਂ ਕੀਤਾ। ਤੇ ਪ੍ਰੈਕਟੀਕਲੀ ਜਿਹੜਾ ਹੈ, ਇੱਕ ਉਸ ਨਾਮ ਨੂੰ ਛੱਡ ਦੇਈਏ ਜਿਹੜਾ ਲਿਖਿਆ, ਉਸ ਤੋਂ ਬਾਅਦ ਹੁਣ ਪ੍ਰੈਕਟੀਕਲੀ ਉਹਨਾਂ ਦੇ ਬਾਰੇ ਜੀਵਨ ਜਿਹੜਾ ਹੈ ਉਹ ਬਾਬੇ ਬਕਾਲੇ ਦੀ ਸਾਖੀ ਭਾਵ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਉਹਨਾਂ ਨੇ ਬਾਬੇ ਦੇ ਬਕਾਲੇ ਹੋਣ ਦਾ ਜਿਹੜਾ ਹੁਕਮ ਦਿੱਤਾ ਕਿ ਉਹ ਅੱਗੋਂ ਗੁਰੂ ਹੋਣਗੇ, ਤਾਂ ਉਸ ਤੋਂ ਅੱਗੇ ਦੀ ਸਾਖੀ ਤੋਂ ਹੀ ਇੱਥੇ ਸ਼ੁਰੂ ਹੁੰਦਾ ਹੈ। ਤਾਂ ਇਸ ਤੋਂ ਪਹਿਲਾਂ ਦਾ ਉਹਨਾਂ ਦਾ ਜੀਵਨ ਜਿੰਨਾ ਵੀ ਸੀ ਉਹਦੇ ਬਾਰੇ ਇਹਦੇ 'ਚ ਕੋਈ ਜ਼ਿਕਰ ਉਹਨੇ ਨਹੀਂ ਕੀਤਾ। ਇਹ ਸਭ ਤੋਂ ਪਹਿਲੀ ਚੀਜ਼ ਸਾਡੇ ਨਜ਼ਰ ਦੇ ਵਿੱਚ ਪੈਂਦੀ ਹੈ। ਤੋ
ਜਦੋਂ ਸੰਗਤ ਨੂੰ ਬਾਬੇ ਬਕਾਲੇ ਹੋਣ ਦਾ, ਕਿਉਂਕਿ ਇਹਨੇ ਲਫ਼ਜ਼ ਲਿਖੇ ਨੇ ਬਾਬਾ ਜੀ ਆਹੇ ਬਕਾਲੇ ਮਾਹੇ, ਤਾਂ ਇਹ ਪਤਾ ਲੱਗਿਆ ਤਾਂ ਸੰਗਤ ਕੁਦਰਤੀ ਤੌਰ ਤੇ ਬਕਾਲੇ ਆਉਣ ਲੱਗੀ। ਜਿਉਂ-ਜਿਉਂ ਇਹ ਖਬਰ ਫੈਲੀ ਤਾਂ ਧੀਰਮਲ ਗੱਦੀ ਲਾ ਕੇ ਬਹਿ ਗਿਆ। ਤਾਂ ਸੰਗਤ ਆਉਂਦੀ ਸੀ, ਧੀਰਮਲ ਗੱਦੀ ਲਾ ਕੇ ਉੱਥੇ ਬੈਠਾ ਸੀ, ਤਾਂ ਰਿਸ਼ਤੇ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਇਹ ਵੀ ਉਹਨਾਂ ਦਾ ਵੱਡਾ ਹੀ ਹੈ, ਤਾਂ ਉਹ ਆ ਕੇ ਉਹਦੇ ਸਾਹਮਣੇ ਮੱਥੇ ਟੇਕਣੇ ਜਾਂ ਜੋ ਆਪਣੀ ਭੇਟਾਵਾਂ ਦੇਣੀਆਂ। ਪਰ ਲੇਖਕ ਲਿਖਦਾ ਕਿ ਸੰਗਤ ਦੀ ਤਸੱਲੀ ਨਹੀਂ ਸੀ ਹੁੰਦੀ, ਮਨ ਨੂੰ ਧਰਵਾਸ ਨਹੀਂ ਸੀ ਆਉਂਦਾ। ਤਾਂ ਮਾਤਾ ਨਾਨਕੀ ਜੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੀ ਸਨ ਉੱਥੇ, ਤਾਂ ਉਹਨਾਂ ਨੇ ਬੇਨਤੀ ਕੀਤੀ ਆਪਣੇ ਸੁਪੁੱਤਰ ਨੂੰ ਕਿ ਤੁਮ ਦਰਸ਼ਨ ਬਿਨ ਜਗਤ ਮੋਹ ਅਗਿਆਨ ਤੇ ਮਨ ਰਹਿਓ ਛਾਏ, ਬੈਠ ਸਿੰਘਾਸਨ ਦਿਆਲ ਹੋ ਸਤ ਸੰਗਤ ਦਰਸ ਦਿਖਾਏ। ਕਿ ਵੀ ਹੁਣ ਤੁਸੀਂ ਜਰਾ ਦਰਸ ਦਿਖਾਓ ਉਹਨਾਂ ਨੂੰ, ਤੋਂ ਕਿਉਂਕਿ ਸੰਗਤਾਂ ਤੁਹਾਨੂੰ ਲੱਭ ਰਹੀਆਂ ਹਨ। ਪਰ ਲੇਖਕ ਲਿਖਦਾ ਗੁਰੂ ਸਾਹਿਬ ਨੇ ਇਹਦੇ 'ਚ ਕੋਈ ਦਿਲਚਸਪੀ ਨਹੀਂ ਲਈ ਤੇ ਨਾ ਹੀ ਕੋਈ ਜਵਾਬ ਦਿੱਤਾ। ਤਾਂ ਫਿਰ ਮਾਤਾ ਜੀ, ਜਿਵੇਂ ਕਿ ਇਸ ਲੇਖਕ ਦੀ ਆਦਤ ਹੈ, ਮਾਤਾ ਜੀ ਨੂੰ ਉਹ ਦੱਸਦਾ ਹੈ ਕਿ ਗੋਇੰਦਵਾਲ ਦੀ ਸ਼ਰਨ ਵਿੱਚ ਜਾਂਦੇ ਆ। ਉੱਥੇ ਇੱਕ ਸਿੱਖ ਭਾਈ ਗੜੀਆ ਨੂੰ ਚਿੱਠੀ ਦੇ ਕੇ, ਨਾਮ ਨਹੀਂ ਲਿਖਿਆ ਕਿਹਨੂੰ ਚਿੱਠੀ ਲਿਖੀ, ਗੁਰੂ ਅੰਸ਼ ਨੂੰ ਉਹਨਾਂ ਨੇ ਗੁਰੂ ਅੰਸ਼ ਦੇ ਮਹਾਂਪੁਰਖਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਵਾਸਤੇ ਉਹਨੂੰ ਕਿਹਾ। ਤਾਂ ਉੱਥੇ ਮੌਜੂਦ ਬਾਬਾ ਦਵਾਰਕਾ ਦਾਸ ਜੀ ਲੇਖਕ ਦੇ ਮੁਤਾਬਕ ਭਾਈ ਗੜੀਏ ਦੇ ਨਾਲ ਬਕਾਲੇ ਆਏ। ਮਾਤਾ ਜੀ ਨੇ ਸਭ ਤੋਂ ਪਹਿਲਾਂ ਬਾਬਾ ਦਵਾਰਕਾ ਦਾਸ ਦੀ, ਇਹ ਲਿਖਦਾ ਹੈ ਕਿ ਗੁਰੂ ਅੰਸ਼ ਹੋਣ ਕਰਕੇ ਮਾਤਾ ਜੀ ਨੇ ਉਹਦੀ ਪੂਜਾ ਕੀਤੀ ਤੇ ਭਾਈ ਗੜੀਏ ਨੂੰ 10,000 ਰੁਪਏ ਉਹਨਾਂ ਨੇ ਦਿੱਤੇ ਕਿ ਇਹਦੇ 'ਚ ਤੁਹਾਡੀ ਭੇਟਾ ਵੀ ਹੈ ਤੇ ਨਾਲ ਹੀ ਹੁਣ ਸੰਗਤ ਜਦੋਂ ਇਹਨਾਂ ਦੀ ਬਾਬਾ ਦਵਾਰਕਾ ਦਾਸ ਦੀ ਕਿਰਪਾ ਨਾਲ ਆਣੀ ਸ਼ੁਰੂ ਹੋਏਗੀ ਤੇ ਤੁਸੀਂ ਉਹਦਾ ਪ੍ਰਬੰਧ ਕਰਨਾ। ਤਾਂ ਬਾਬਾ ਦਵਾਰਕਾ ਦਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੱਲਬਾਤ ਕੀਤੀ, ਫਿਰ ਉਹਨਾਂ ਨੂੰ ਤਿਲਕ ਤੇ ਨਾਰੀਅਲ ਦਿੱਤਾ ਤੇ ਭਾਈ ਗੜੀਆ ਆਲੇ ਦੁਆਲੇ ਗੱਲ ਕਰਕੇ ਅਨੇਕ ਗੁਰਸਿੱਖਾਂ ਨੂੰ ਨਾਲ ਲੈ ਆਇਆ ਤੇ ਸੰਗਤ ਦੇ ਮਨ ਨੂੰ ਥੋੜੀ ਧਰਵਾਸ ਆਈ। ਕਿਉਂਕਿ ਇਹ ਲਿਖਦਾ ਹੈ ਕਿ ਕਿਉਂਕਿ ਗੁਰੂ ਅੰਸ਼ ਨੇ ਗੋਇੰਦਵਾਲ ਤੋਂ ਆ ਕੇ ਗੁਰਿਆਈ ਦਾ ਤਿਲਕ ਦਿੱਤਾ ਸੀ, ਇਸ ਕਰਕੇ ਸੰਗਤ ਦੀ ਤਸੱਲੀ ਹੋਣੀ ਸ਼ੁਰੂ ਹੋ। ਤੇ ਇਹ ਵੀ ਲਿਖਦਾ ਹੈ ਕਿ ਮਾਤਾ ਜੀ ਨੇ ਬਾਬਾ ਦਵਾਰਕਾ ਦਾਸ ਨੂੰ 6 ਮਹੀਨੇ ਉੱਥੇ ਰੱਖ ਕੇ ਸੇਵਾ ਕੀਤੀ। ਹੁਣ ਇਹ ਉਹਨੇ ਇੱਕ ਅਕਾਊਂਟ ਤਾਂ ਆਪਣਾ ਦੇ ਦਿੱਤਾ ਹੈ, ਪਰ ਇਹ ਤਿਲਕ ਨਾਰੀਅਲ ਜੋ ਉਹਨੇ ਜ਼ਿਕਰ ਕੀਤਾ, ਇਹ ਹੁਕਮ 8ਵੇਂ ਪਾਤਸ਼ਾਹ ਦਾ ਦਿੱਲੀ ਤੋਂ ਕੋਈ ਲੈ ਕੇ ਆਇਆ ਸੀ ਕਿ ਇਹਨਾਂ ਦੇ ਆਪਣੇ ਮਨ ਤੋਂ ਹੀ ਸੁਣੀਆਂ ਸੁਣਾਈਆਂ ਗੱਲਾਂ ਨਾਲ ਕਿਵੇਂ ਕਰ ਦਿੱਤਾ। ਲੇਖਕ ਇਹਦੇ ਬਾਰੇ ਸਾਨੂੰ ਕੁਝ ਨਹੀਂ ਕਰਦਾ। ਤਾਂ ਇਹ ਜਦੋਂ ਗੁਰਿਆਈ ਦਾ ਤਿਲਕ ਜਿਹੜਾ ਹੈ ਬਾਬਾ ਦਵਾਰਕਾ ਦਾਸ ਦੇ ਹੱਥੋਂ ਦਿੱਤਾ, ਉਹ ਦੱਸ ਦਿੰਦਾ ਹੈ। ਤੇ ਅਗਲੀ ਸਾਖੀ 'ਚ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਉਪਮਾ ਕਰਦਾ ਹੈ, ਜਿਵੇਂ ਕਿ ਇਹਦਾ ਸਟਾਈਲ ਹੈ ਕਿ ਹਰ ਗੁਰੂ ਸਾਹਿਬ ਦੀ ਜਦੋਂ ਜੀਵਨੀ ਸ਼ੁਰੂ ਕਰਦਾ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਸਾਖੀ ਹੁੰਦੀ ਹੈ ਉਹਦੇ 'ਚੋਂ ਟਾਈਟਲ ਹੀ ਇਹ ਰੱਖਦਾ ਹੈ ਕਿ ਸਾਖੀ, ਜਿਵੇਂ ਇੱਥੇ ਰੱਖਿਆ ਸਾਖੀ ਮਹਿਮਾ 9ਵੀਂ ਪਾਤਸ਼ਾਹੀ ਦੀ। ਇਸੇ ਤਰ੍ਹਾਂ ਹੀ ਸਾਰੀਆਂ ਪਾਤਸ਼ਾਹੀਆਂ ਦੀ ਪਹਿਲੀ ਸਾਖੀ ਮਹਿਮਾ ਦੀ ਲਿਖਦਾ ਹੈ। ਤੇ ਉਸ ਤੋਂ ਬਾਅਦ ਕੀ ਅੱਗੇ ਸਾਖੀ ਹੈ ਕਿ ਮਸੰਦਾਂ ਦੇ ਗੁਰਦਰਸ਼ਨ ਕੋ ਆਵਣ। ਹੁਣ ਇੱਥੇ ਉਹ ਮਸੰਦਾਂ ਦੇ ਵਿੱਚ ਨਾਮ ਲੈਂਦਾ ਹੈ ਭਾਈ ਮੱਖਣ ਸ਼ਾਹ, ਕਿ ਉਹਨੇ ਉਹਦਾ, ਜਿਵੇਂ ਕਿ ਸਾਰੇ ਆਪਾਂ ਨੇ ਸੁਣੀ ਹੋਈ, ਮੈਂ ਰਿਪੀਟ ਨਹੀਂ ਕਰਾਂਗਾ, ਕਿ ਜਹਾਜ਼ ਫਸ ਗਿਆ ਤੇ ਉਹਨੇ ਇੱਥੇ 100 ਮੋਹਰਾਂ ਦਾ ਲਿਖਿਆ ਕਿ ਉਹਨੇ ਸੁਖਣਾ ਕੀਤੀ, ਅਰਦਾਸ ਕੀਤੀ। ਤੇ ਜਦੋਂ ਬਕਾਲੇ ਪਹੁੰਚਿਆ ਤਾਂ ਉਹਨੇ ਇੱਥੇ 2 ਗੱਦੀਆਂ ਦੇਖੀਆਂ, ਇੱਕ ਧੀਰਮਲ ਦੀ ਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਦੀ। ਤਾਂ ਉਹ ਥੋੜਾ ਜਿਹਾ ਦੁਬਿਧਾ ਵਿੱਚ ਪੈ ਗਿਆ, ਤਾਂ ਫਿਰ ਉਹਨੇ 5-5 ਮੋਹਰਾਂ ਰੱਖ ਕੇ ਮੱਥਾ ਟੇਕੀਆਂ। ਤੇ ਫਿਰ ਅੱਗੋਂ ਜਿਹੜਾ ਹੈਗਾ ਉਹਨੇ ਲਿਖਿਆ ਲੇਖਕ ਨੇ ਕਿ ਗੁਰੂ ਸਾਹਿਬ ਨੇ ਕਿਹਾ ਕਿ 5 ਕਿਉਂ 100 ਦਿਓ। ਤਾਂ 100 ਮੋਹਰਾਂ ਗੁਰੂ ਸਾਹਿਬ ਨੇ ਮੰਗ ਲਈਆਂ ਤੇ ਜਿਉਂ ਹੀ ਮੰਗੀਆਂ ਗੁਰੂ ਸਾਹਿਬ ਨੇ, ਇਹ ਆਪਾਂ ਜਰਾ ਸਮਝ ਲਈਏ ਗੱਲ ਨੂੰ। ਇਹ ਸਾਖੀ ਆਪਾਂ ਸੁਣਦੇ ਵੀ ਹਾਂ, ਸੁਣਾਉਂਦੇ ਵੀ ਹਾਂ। ਇਹਦੇ 'ਚ ਹੋ ਕੀ ਰਿਹਾ ਹੈ ਕਿ ਹੁਣ ਤੱਕ ਤੇ ਅਸੀਂ ਇਹ ਸੁਣਦੇ ਆਏ ਹਾਂ ਸਾਖੀਆਂ ਦੇ ਵਿੱਚ ਕਿ ਸਤਿਗੁਰੂ ਕੋਲ ਜਦੋਂ ਕੋਈ ਸਿੱਖ ਆਉਂਦੇ ਸਨ ਤੇ ਸਤਿਗੁਰੂ ਉਹਨਾਂ ਦੀ ਪ੍ਰੀਖਿਆ ਲੈ ਲੈਂਦੇ ਸਨ। ਇਹੋ ਜਿਹੀਆਂ ਸਾਖੀਆਂ ਸਾਨੂੰ ਬਹੁਤ ਸੁਣਾਈਆਂ ਗਈਆਂ ਹਨ। ਇਹ ਸਾਖੀ ਆਪਣੇ ਆਪ ਵਿੱਚ ਇੱਕ ਯੂਨੀਕ ਹੈ ਕਿ ਗੁਰੂ ਦੀ ਪ੍ਰੀਖਿਆ ਸਿੱਖ ਲੈ ਰਿਹਾ ਇੱਥੇ। ਖੈਰ, ਪ੍ਰੀਖਿਆ ਦੇ ਵਿੱਚ ਗੁਰੂ ਸਾਹਿਬ ਨੇ 100 ਮੋਹਰਾਂ ਮੰਗੀਆਂ ਤੇ ਕਹਿ ਲਓ ਵੀ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਏ ਤੇ ਭਾਈ ਮੱਖਣ ਸ਼ਾਹ ਦੀ ਤਸੱਲੀ ਹੋ ਗਈ। ਤੇ ਗੁਰੂ ਸਾਹਿਬ ਨੇ ਉਹਨੂੰ ਸਬੂਤ ਵੀ ਦਿੱਤਾ ਕਿ ਮੈਂ ਹੀ ਸਾਂ ਜਿਹਨੇ ਤੇਰੇ ਜਹਾਜ਼ ਨੂੰ ਕੰਧਾ ਦਿੱਤਾ ਸੀ। ਲਿਖਦਾ, ਕੰਧੇ ਮੋਏ ਘਾਸੀ ਲੱਗੀ ਕਿਉਂ ਪੂਜਾ ਰੱਖੋ ਦੁਰਾਏ, ਕਿ ਦੇਖ ਮੇਰੇ ਕੰਧੇ ਤੇ ਰਗੜਾ ਲੱਗੀਆਂ ਹੋਈਆਂ, ਜਿਹੜਾ ਮੈਂ ਤੇਰੇ ਜਹਾਜ਼ ਨੂੰ ਕੱਢਿਆ ਸੀ, ਤੇ ਤੂੰ ਜਿਹੜੀ ਪੂਜਾ ਸਾਨੂੰ ਦੇਣੀ ਸੀ
ਉਹ ਦੂਰ ਕਿਉਂ ਕੀਤੀ ਹੋਈ ਹੈ, ਸਾਨੂੰ ਦੇ। ਤੋ ਇਹ ਜਿਹੜੀ ਸਾਖੀ ਮੱਖਣ ਸ਼ਾਹ ਦੇ ਪ੍ਰਗਟ ਕਰਨ ਦੀ ਜਿਹੜੀ ਆਮ ਸੁਣਦੇ ਆ, ਲਗਭਗ ਉਸੇ ਲਾਈਨਸ ਦੇ ਉੱਤੇ ਹੀ ਇਸ ਲੇਖਕ ਨੇ ਲਿਖੀ ਹੈ। ਵੱਡਾ ਫਰਕ ਇਹ ਹੈ ਕਿ ਇਸ ਵੇਲੇ ਤੱਕ ਗੁਰੂ ਸਾਹਿਬ ਨੂੰ ਗੁਰਿਆਈ ਤਿਲਕ ਜਿਹੜਾ ਹੈਗਾ ਉਹ ਆਪਣਾ ਬਾਬਾ ਦਵਾਰਕਾ ਦਾਸ ਜੀ ਦੇ ਚੁੱਕੇ ਸਨ। ਜਦ ਕਿ ਬਾਕੀ ਥਾਵਾਂ ਤੇ ਜਿੱਥੇ ਅਸੀਂ ਇਹ ਸੁਣਦੇ ਹਾਂ ਕਿ ਜਦੋਂ ਬਾਬਾ ਮੱਖਣ ਸ਼ਾਹ ਨੇ ਉਹਨਾਂ ਨੂੰ ਪ੍ਰਗਟ ਕੀਤਾ ਤੇ ਉਸ ਤੋਂ ਮਗਰੋਂ ਹੀ ਦਿੱਲੀ ਤੋਂ ਦੀਵਾਨ ਦਰਗਾਹ ਮਲ ਜੀ ਹੋਰ ਸਿੱਖਾਂ ਨੂੰ ਨਾਲ ਲੈ ਕੇ ਤੇ ਗੁਰਿਆਈ ਦੇ ਤਿਲਕ ਦਾ ਸਮਾਨ ਲੈ ਕੇ, ਗੁਰਿਆਈ ਦੇਣ ਦੇ ਵਾਸਤੇ ਜੋ ਸਮਾਨ ਭੇਜਿਆ ਸੀ ਉਹ ਲੈ ਕੇ ਉੱਥੇ ਪਹੁੰਚ ਗਏ। ਤੋ ਇਹ ਜਿਹੜੀ ਇੱਥੇ ਤੱਕ ਦੀ ਕਥਾ ਹੈ, ਜਿੰਨੀ ਆਪਣੀ ਸੁਣਾਈ ਜੀਵਨ ਕਥਾ, ਉਹ ਸਾਰੇ ਪੱਖੋਂ ਪਹਿਲੇ ਬਾਕੀ ਥਾਵਾਂ ਨਾਲੋਂ ਭਿੰਨ ਹੈ। ਹੁਣ ਅੱਗੋਂ ਵੀ ਗੁਰੂ ਸਾਹਿਬ ਦੀ ਜੀਵਨ ਕਥਾ ਜਿਵੇਂ ਇਸਨੇ ਲਿਖੀ ਆ, ਉਹਦਾ ਕਿਸੇ ਵੀ ਰਾਈਟਰ ਨੇ ਨਹੀਂ ਲਿਖੀ। ਇਹ ਲਿਖਦਾ ਹੈ ਕਿ ਜਦੋਂ ਗੁਰਿਆਈ ਇਹਨਾਂ ਨੂੰ ਮਿਲ ਗਈ, ਸੰਗਤਾਂ ਆਉਣ ਲੱਗ ਗਈਆਂ, ਭੇਟਾਵਾਂ ਇੱਧਰ ਆਉਣ ਲੱਗ ਗਈਆਂ, ਤਾਂ ਧੀਰਮਲ ਬੜਾ ਨਿਰਾਸ਼ ਹੋਇਆ ਤੇ ਦੁਖੀ ਹੋਇਆ। ਪਰ ਉਹਦੇ ਵੱਲੋਂ ਜੋ ਸੀ ਬਾਕੀ ਥਾਂ ਤੇ ਉਹਦਾ ਗੋਲੀ ਚਲਾਉਣਾ ਤੇ ਸਾਰਾ ਕੁਝ ਕਰਨਾ, ਉਹ ਸਾਨੂੰ ਇੱਥੇ ਮਿਲਦਾ ਨਹੀਂ ਹੈ ਇਸ ਪੁਸਤਕ ਦੇ ਵਿੱਚ। ਇਹਦੇ 'ਚ ਸਿਰਫ ਇਹਨੇ ਹੀ ਲਿਖਿਆ ਕਿ ਜਦੋਂ ਧੀਰਮਲ ਦੁਖੀ ਹੋ ਗਿਆ ਤਾਂ ਦੁਖੀ ਹੋ ਕੇ ਉਹ ਦਿੱਲੀ ਦੌੜ ਗਿਆ ਔਰੰਗਜ਼ੇਬ ਦੇ ਕੋਲ। ਕਿਉਂਕਿ ਦੇਖਿਆ ਜਾਏ ਤੇ ਉੱਥੇ ਆਲਰੇਡੀ ਇਹਨਾਂ ਦਾ ਇੱਕ ਰਿਪਰੈਜ਼ੈਂਟੇਟਿਵ ਜਿਹੜਾ ਹੈ ਬਾਬਾ ਰਾਮ ਰਾਏ ਤਾਂ ਬੈਠਾ ਹੀ ਸੀ, ਸ਼ਾਇਦ ਇਸ ਕਰਕੇ ਇਹ ਕਹਿੰਦਾ ਹੈ ਕਿ ਸਿੱਧਾ ਉੱਥੇ ਚਲਾ ਗਿਆ। ਤੇ ਜਦੋਂ ਉਹ ਉੱਥੇ ਚਲਾ ਗਿਆ ਤੇ ਕੁਝ ਉਹਨੇ ਗੱਲਾਂ ਬਾਤਾਂ ਵੀ ਕੀਤੀਆਂ ਹੋਣਗੀਆਂ, ਤੇ ਉਸ ਚੀਜ਼ ਨੂੰ ਦੇਖ ਕੇ ਤੇ ਇਹ ਲਿਖਦਾ ਹੈ ਕਿ ਧੀਰਮਲ ਦੇ ਮਨ ਵਿੱਚ ਜਿਹੜੀ ਨਿਰਾਸ਼ਾ ਸੀ ਉਹਨੂੰ ਦੇਖ ਕੇ ਉਹ ਉੱਥੇ ਚਲਾ ਗਿਆ ਤੇ ਔਰੰਗਜ਼ੇਬ ਨੇ ਦਿੱਲੀ ਦੇ ਵਿੱਚ ਗੁਰੂ ਸਾਹਿਬ ਨੂੰ ਹਾਜ਼ਰ ਹੋਣ ਦਾ ਹੁਕਮ ਜਾਰੀ ਕਰ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ। ਹੁਣ ਸਤਿਗੁਰੂ ਇਹ ਕਹਿੰਦਾ ਅੰਤਰਜਾਮੀ ਉਹ ਸਾਰੀ ਗੱਲ ਸਮਝ ਗਏ ਤੇ ਉਹਨਾਂ ਨੇ ਕਿਸੇ ਨਾਲ ਵੀ ਕੋਈ ਝਗੜਾ ਨਾ ਹੋਵੇ ਇਸ ਨੂੰ ਅਵੋਇਡ ਕਰਨ ਲਈ ਉੱਥੋਂ ਚਾਲੇ ਪਾ ਦਿੱਤੇ ਤੇ ਸਿੱਧੇ ਉਹ ਲੱਖੀ ਜੰਗਲ ਵਾਲੇ ਪਾਸੇ ਭਾਵ ਮਾਲਵੇ ਦੇ ਵਿੱਚ ਚਲੇ ਗਏ। ਕੁਝ ਸਮਾਂ ਉੱਥੇ ਰਹੇ ਤੇ ਉਸ ਤੋਂ ਬਾਅਦ ਅੱਗੇ ਚੱਲ ਕੇ ਸਾਬੋ ਕੀ ਤਲਵੰਡੀ ਲਿਖਦਾ ਉੱਥੇ ਪਹੁੰਚ ਗਏ ਤੇ ਉਸ ਤੋਂ ਅੱਗੇ ਧਮਧਾਨ ਪਹੁੰਚ ਗਏ। ਵਿੱਚ ਸਾਖੀ ਵੀ ਇੱਕ ਭਾਈ ਮੇਹੇ ਦੀ ਲਿਖਦਾ ਜਿਹੜਾ ਪਾਣੀ ਦੀ ਸੇਵਾ ਕਰਦਾ ਸੀ, ਪਰ ਉੱਥੇ ਵੀ ਕਰਾਮਾਤੀ ਅੰਸ਼ ਜਿਹੜਾ ਜਾਂ ਇਸ ਤਰ੍ਹਾਂ ਦਾ ਸੁਪਰ ਨੈਚੁਰਲ ਅੰਸ਼ ਵਿੱਚ ਜ਼ਰੂਰ ਆਪਣੀ ਆਦਤ ਦੇ ਮੁਤਾਬਕ ਪਾ ਦਿੰਦਾ ਹੈ ਕਿ ਉਹਨਾਂ ਦੇ ਸਿਰ ਦੇ ਵਿੱਚ, ਸ਼ਾਇਦ ਤੁਸੀਂ ਸੁਣਿਆ ਵੀ ਹੋਵੇ ਕਿ ਉਹਨਾਂ ਦੇ ਸਿਰ ਦੇ ਵਿੱਚ ਪਾਣੀ ਢੋਂਦਿਆਂ ਕੀੜੇ ਪੈ ਗਏ ਤੇ ਉਹ ਇੰਨੇ ਤਰਸ ਵਾਲਾ ਸੀ ਕਿ ਜੇ ਕੋਈ ਕੀੜਾ ਸਿਰ ਚੋਂ ਥੱਲੇ ਵੀ ਡਿੱਗ ਪੈਂਦਾ ਤੇ ਚੁੱਕ ਕੇ ਵਾਪਸ ਰੱਖ ਦਿੰਦਾ ਸੀ। ਇਹ ਲੇਖਕ ਲਿਖਦਾ। ਪਤਾ ਨਹੀਂ ਇਹਦੇ ਦੁਆਰਾ ਉਹ ਕਿਸ ਚੀਜ਼ ਨੂੰ ਸਾਡੇ ਮਨ ਦੇ ਵਿੱਚ ਕੀ ਭਾਵਨਾ ਪੈਦਾ ਕਰਨੀ ਚਾਹੁੰਦਾ ਹੈ। ਪਰ ਖੈਰ ਉੱਥੇ ਧਮਧਾਨ ਪਹੁੰਚੇ ਗੁਰੂ ਸਾਹਿਬ, ਇੱਕ ਦਿਨ ਉੱਥੋਂ ਸ਼ਿਕਾਰ ਖੇਡਣ ਲਈ ਚੱਲੇ ਤੇ ਸ਼ਿਕਾਰ ਖੇਡਣ ਗਏ ਤੇ ਰਸਤੇ ਦੇ ਵਿੱਚ ਇੱਕ ਥਾਂ ਦੇ ਉੱਤੇ ਦਰਖਤ ਥੱਲੇ ਵਿਸਰਾਮ ਕਰਨ ਦੇ ਲਈ ਉਹ ਰੁਕ ਗਏ। ਉੱਥੇ ਰੁਕ ਗਏ ਤੇ ਬਾਦਸ਼ਾਹ ਦੇ ਫੌਜੀ ਜਿਹੜੇ ਉਹਨੇ ਤੋਰੇ ਹੋਏ ਸਨ ਵੀ ਗੁਰੂ ਸਾਹਿਬ ਨੂੰ ਫੜ ਕੇ ਲਿਆਓ, ਉਹ ਵੀ ਉੱਥੇ ਪਹੁੰਚ ਗਏ ਤੇ ਉਹ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਗਏ। ਹੁਣ ਦਿੱਲੀ ਬਾਦਸ਼ਾਹ ਨੇ ਬਹੁਤ ਸਮਾਂ ਉਹਨਾਂ ਦੇ ਉੱਤੇ ਪਹਿਰਾ ਬਿਠਾਈ ਰੱਖਿਆ, ਚੌਂਕੀ ਬਿਠਾ ਦਿੱਤੀ। ਹਾਲਾਂਕਿ ਇਹ ਨਹੀਂ ਸਮਝ ਲੱਗਦੀ ਕਿ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਜਾਂ ਕਿਸੇ ਹੋਰ ਥਾਂ ਦੇ ਉੱਤੇ ਠਹਿਰਾਇਆ, ਕਿਸੇ ਸਰਾਂ ਜਾਂ ਕਿਸੇ ਮਹਿਲ ਦੇ ਵਿੱਚ ਠਹਿਰਾਇਆ, ਇਹ ਕੁਝ ਨਹੀਂ ਦੱਸਦਾ। ਪਰ ਇੰਨਾ ਹੀ ਲਿਖਿਆ ਕਿ ਉਹਦੇ ਉੱਤੇ ਪਹਿਰਾ ਬਿਠਾ ਦਿੱਤਾ ਗੁਰੂ ਸਾਹਿਬ ਦੇ ਉੱਤੇ ਤੇ ਉੱਥੇ ਸੰਗਤ ਬੜੀ ਦਰਸ਼ਨਾਂ ਨੂੰ ਆਉਂਦੀ ਰਹੀ। ਤੇ ਉਦੋਂ ਬਾਦਸ਼ਾਹ ਨੇ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਕਿਹਾ, ਗੁਰੂ ਸਾਹਿਬ ਨੇ ਨਾ ਕਰ ਦਿੱਤੀ। ਕਾਫੀ ਲੰਬਾ ਜਵਾਬ ਇਹਦੇ ਵਿੱਚ ਲਿਖਿਆ। ਤਾਂ ਜਦੋਂ ਇਹ ਗੱਲ ਹੋਈ ਤੇ ਬਾਦਸ਼ਾਹ ਨੇ ਕਿਹਾ ਕਿ ਕਰਾਮਾਤ ਦਿਖਾਓ, ਤਾਂ ਭਾਈ ਮਤੀ ਦਾਸ ਜੀ ਉਹ ਕਹਿੰਦਾ ਕੋਲ ਬੈਠੇ ਸਨ। ਤਾਂ ਜਦੋਂ ਬਾਰ-ਬਾਰ ਗੁਰੂ ਜੀ ਨੂੰ ਇਹ ਜ਼ੋਰ ਪਾਇਆ ਗਿਆ ਕਿ ਤੁਸੀਂ ਕਰਾਮਾਤ ਦਿਖਾਓ, ਤੇ ਭਾਈ ਮਤੀ ਦਾਸ ਜੀ ਨੂੰ ਕਹਿੰਦਾ ਕਿ ਬੜਾ ਗੁੱਸਾ ਚੜ੍ਹ ਗਿਆ। ਉਹ ਗੁੱਸੇ 'ਚ ਆ ਕੇ ਬੋਲਣ ਲੱਗ ਗਏ। ਤਾਂ ਗੁਰੂ ਜੀ ਨੇ ਤਾਂ ਕਿਹਾ ਸੀ ਕਿ ਕਰਾਮਾਤ ਕਹਿ ਰਿਹਾ ਤੇ ਸੰਤਾਂ ਨੂੰ ਇਹਦਾ ਦਿਖਾਉਣ ਦਾ ਕੋਈ ਅਰਥ ਨਹੀਂ ਬਣਦਾ। ਪਰ ਜਦੋਂ ਉਹਦੇ ਭੇਜੇ ਹੋਏ ਮਲਾਣੇ ਬਾਰ-ਬਾਰ ਗੁਰੂ ਸਾਹਿਬ ਉੱਤੇ ਜ਼ੋਰ ਕਰਦੇ ਰਹੇ ਤਾਂ ਭਾਈ ਮਤੀ ਦਾਸ ਜੀ ਨੂੰ ਇੱਕਦਮ ਗੁੱਸਾ ਚੜ੍ਹ ਗਿਆ, ਰੋਸ ਆ ਗਿਆ ਤੇ ਉਹਨਾਂ ਨੇ ਕਿਹਾ ਗੁਰੂ ਜੀ ਨੂੰ ਮਲਾਣਿਆਂ ਦੇ ਸਾਹਮਣੇ ਵੀ ਇਹਨਾਂ ਨੂੰ ਇੰਨਾ ਹੀ ਸ਼ੌਕ ਹੈ ਕਰਾਮਾਤ ਦੇਖਣ ਦਾ ਤੇ ਇਹਨਾਂ ਨੂੰ ਮੈਂ ਦਿਖਾ ਦੇਣਾ, ਤੁਸੀਂ ਹੁਕਮ ਕਰੋ, ਮੈਂ ਸਾਰਾ ਕੁਝ ਇਹਨਾਂ ਦਾ ਨਾਸ਼ ਕਰ ਦੇਣਾ, ਇੱਥੇ ਹੀ ਇਹਨਾਂ ਦੇ ਉੱਤੇ ਕਹਿਰ ਢਾ ਦੇਣਾ ਤੇ ਸਾਰੇ ਦੁਖੀਆਂ ਦਾ ਨਾਸ਼ ਕਰ ਦਿਆਂਗਾ ਮੈਂ। ਤਾਂ ਸਤਿਗੁਰੂ ਜੀ ਨੇ ਭਾਈ ਮਤੀ ਦਾਸ ਜੀ ਨੂੰ ਕਿਹਾ ਕਿ ਤੁਸੀਂ ਜਰਾ ਮਨ ਨੂੰ ਸ਼ਾਂਤ ਕਰੋ, ਠੰਡਾ ਕਰੋ। ਤੇ ਜਦੋਂ ਥੋੜੀ ਜਿਹੀ ਉਹਨਾਂ ਨੇ ਗੱਲ ਸੁਣਨੀ ਸ਼ੁਰੂ ਕੀਤੀ ਤੇ ਸਤਿਗੁਰੂ ਜੀ ਨੇ, ਲੇਖਕ ਕਹਿੰਦਾ ਹੈ ਕਿ ਮੱਥਾ ਟੇਕਣ ਲਈ ਕਿਹਾ ਭਾਈ ਮਤੀ ਦਾਸ। ਤੇ ਕਹਿੰਦਾ ਜਦੋਂ ਉਹਨਾਂ ਨੇ ਮੱਥਾ ਟੇਕਿਆ ਤਾਂ ਸਤਿਗੁਰੂ ਜੀ ਨੇ ਉਹ ਭਾਈ ਮਤੀ ਦਾਸ ਦੇ ਸੀਸ ਉੱਤੇ ਆਪਣਾ ਹੱਥ ਰੱਖਿਆ ਤੇ ਉਹਨਾਂ ਦੇ ਅੰਦਰ ਜਿੰਨੀ ਵੀ ਭਜਨ ਬੰਦਗੀ ਨਾਲ ਤਾਕਤ ਸੀ ਉਹ ਸਾਰੀ ਖਿੱਚ ਗਈ।
ਤੇ ਫਿਰ ਗੁਰੂ ਸਾਹਿਬ ਦੇ ਮੂੰਹੋਂ ਇੱਕ ਵਾਰੀ ਫੇਰ, ਜਿਵੇਂ ਅਸੀਂ ਅੱਗੇ ਕਈ ਵਾਰੀ ਇਹ ਜ਼ਿਕਰ ਸੁਣ ਚੁੱਕੇ ਹਾਂ, ਇਹ ਵੀ ਇੱਥੇ ਦੁਹਰਾਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਮੁੱਠੀ ਭੰਗ ਦੇ ਪਿੱਛੇ ਪਾਤਸ਼ਾਹੀ ਦਿੱਤੀ ਸੀ, ਤੇ ਹੁਣ ਉਹਦੇ ਪਾਤਸ਼ਾਹੀ ਲੈਣ ਦੇ ਵਾਸਤੇ ਸਾਨੂੰ ਸੀਸ ਦੇਣਾ ਪੈਣਾ। ਇਹ ਇੱਕ ਮੁੱਠੀ ਦੀ ਗੱਲ ਕਰਦਾ ਹੈ। ਇਸ ਤੋਂ ਪਹਿਲਾਂ ਇੱਕ ਥਾਂ ਤੇ ਆਪਾਂ ਪੜ੍ਹਿਆ ਸੀ ਕਿ 7 ਮੁੱਠੀਆਂ ਦੀ ਗੱਲ ਆਈ ਤੇ ਉਹਨਾਂ ਨੇ ਕਿਹਾ 7 ਸੀਸ ਦੇਣੇ ਪੈਣਗੇ। ਇਸ ਤਰ੍ਹਾਂ ਦੀਆਂ ਕਹਾਣੀਆਂ ਇਸ ਚੀਜ਼ ਦੇ ਨਾਲ ਜੁੜੀਆਂ ਹੋਈਆਂ ਨੇ, ਉਹ ਇਸਨੇ ਵੀ ਦੁਹਰਾਈ। ਤਾਂ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ, ਮੌਲਾਣਿਆਂ ਨੇ ਦੱਸਿਆ ਕਿ ਮਤੀ ਦਾਸ ਨੇ ਇਹ ਗੱਲਾਂ ਕੀਤੀਆਂ ਨੇ, ਤੇ ਉਹਨੇ ਹੁਕਮ ਜਾਰੀ ਕਰ ਦਿੱਤਾ ਕਿ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਾਵੇ। ਤਾਂ ਫਿਰ ਉਸੇ ਤਰ੍ਹਾਂ ਹੀ ਹੋਇਆ, 2 ਤਖਤਿਆਂ ਨਾਲ ਬੰਨ੍ਹ ਕੇ ਆਰੇ ਨਾਲ ਚੀਰਿਆ ਗਿਆ, ਲਿਖਦਾ ਹੈ। ਤੇ ਭਾਈ ਮਤੀ ਦਾਸ ਜੀ ਬੜੀ ਦ੍ਰਿੜਤਾ ਦੇ ਨਾਲ ਜਪਜੀ ਪੜ੍ਹਦੇ ਹੋਏ ਸ਼ਹੀਦ ਹੋ ਗਏ। ਹੁਣ ਇੱਥੇ ਤੱਕ ਜਿਹੜੀ ਭਾਈ ਮਤੀ ਦਾਸ ਦੀ ਸ਼ਹੀਦੀ ਵਾਲੀ ਗੱਲ ਲੇਖਕ ਲਿਖਦਾ ਹੈ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਜੋ ਇਹਨੇ ਕਥਾ ਲਿਖੀ ਹੈ ਕਿ ਸਤਿਗੁਰੂ ਜੀ ਬਾਬੇ ਬਕਾਲੇ ਤੋਂ ਸਿੱਧੇ ਮਾਲਵੇ ਆ ਗਏ, ਉੱਥੋਂ ਗ੍ਰਿਫਤਾਰ ਹੋ ਕੇ ਦਿੱਲੀ ਲਿਆਂਦੇ ਗਏ। ਨਾ ਉਹ ਕੀਰਤਪੁਰ ਸਾਹਿਬ ਗਏ, ਨਾ ਉਹ ਅਨੰਦਪੁਰ ਸਾਹਿਬ ਵਸਾਇਆ, ਨਾ ਉੱਥੇ ਕੁਝ ਸਮਾਂ ਰਹੇ। ਕੁਝ ਕਿਸੇ ਵੀ ਚੀਜ਼ ਦਾ ਕੋਈ ਜ਼ਿਕਰ ਨਹੀਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਨਮ ਦਾ ਤੇ ਉਹ ਸਾਰਾ ਕੁਝ ਵੀ ਜ਼ਿਕਰ ਨਹੀਂ ਹੈ। ਤਾਂ ਸਿੱਧਾ ਹੀ ਇੱਥੇ ਪਹੁੰਚ ਗਿਆ, ਭਾਈ ਮਤੀ ਦਾਸ ਜੀ ਦੀ ਸ਼ਹੀਦੀ ਇਹਨੇ ਦੱਸ ਦਿੱਤੀ ਹੈ। ਤਾਂ ਉਸ ਤੋਂ ਬਾਅਦ ਆਇਆ ਕਿ ਪੂਰਬ ਦੀ ਸੰਗਤ ਜਿਹੜੀ ਹੈ ਉਹ ਸਤਿਗੁਰੂ ਜੀ ਨੂੰ ਬੜਾ ਯਾਦ ਕਰਦੀ ਰਹਿੰਦੀ ਸੀ, ਤੇ ਉਹਨਾਂ ਦਾ ਬੜਾ ਪ੍ਰੇਮ ਹੈ। ਉਹਦੇ ਬਾਰੇ ਇਹਨੇ ਕੁਝ ਥੋੜਾ ਜਿਹਾ ਲਿਖਿਆ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਬੜਾ ਸੀ ਵੀ ਸਤਿਗੁਰੂ ਜੀ ਸਾਡੇ ਕੋਲ ਆਣ। ਤੇ ਫਿਰ ਇਹ ਕਹਿੰਦਾ ਐਸੀ ਵਿਧ ਬਣੀ ਕਿ ਫਿਰ ਉਹ ਜਿਹੜੀ ਆਪਾਂ ਅੱਗੇ ਵੀ ਰਾਜਾ ਮਾਨ ਸਿੰਘ ਦੇ ਪੋਤੇ ਦੇ ਆਪਣਾ ਰਾਜਾ ਰਾਮ ਸਿੰਘ ਦੇ ਨਾਲ ਜਾਣ ਦੀ ਕਥਾ ਹੈ, ਉਹ ਲਿਖਿਆ। ਪਰ ਇਹਨੇ ਦਿੱਤਾ ਬੜਾ ਇਸ ਤਰੀਕੇ ਨਾਲ ਹੈ ਕਿ ਜਦੋਂ ਰਾਜਾ ਮਾਨ ਸਿੰਘ ਤਾਂ ਉੱਥੇ ਜਾ ਕੇ ਮਾਰਿਆ ਗਿਆ, ਉੱਥੋਂ ਦੇ ਰਾਜੇ ਨੇ ਧੋਬਨ ਨੂੰ ਦਰਖਤ ਦੇ ਉੱਤੇ ਚੜਾ ਕੇ ਜਾਦੂਗਰਨੀ ਨੂੰ ਭੇਜਿਆ, ਤੇ ਉਹਨੇ ਉਹਦੀ ਜਾਨ ਖਿੱਚ ਲਈ ਤੇ ਮਾਰ ਦਿੱਤਾ। ਤਾਂ ਇੱਥੇ ਵੀ ਇਹਨੇ ਇੱਕ ਬੜਾ ਕਰਮਾਤੀ ਜਿਹੇ ਤਰੀਕੇ ਦੇ ਨਾਲ ਲਿਖਿਆ ਹੈ ਕਿ ਰਾਜੇ ਦੀ ਰਾਣੀ ਨੇ ਉਹਨੂੰ ਪ੍ਰੇਰਿਆ ਕਿ ਤੂੰ ਗੁਰੂ ਸਾਹਿਬ ਨੂੰ ਨਾਲ ਲੈ ਜਾ, ਤੈਨੂੰ ਕੁਝ ਨਹੀਂ ਹੋਏਗਾ, ਤੂੰ ਚਿੰਤਾ ਨਾ ਕਰ। ਤਾਂ ਫਿਰ ਇੱਥੋਂ ਇਹ ਰਾਜਾ ਜਾ ਕੇ ਬਾਦਸ਼ਾਹ ਨਾਲ ਗੱਲ ਕਰਕੇ ਗੁਰੂ ਸਾਹਿਬ ਨੂੰ ਫਿਰ ਨਾਲ ਲੈ ਕੇ ਅਸਾਮ ਵਾਲੀ ਸਾਈਡ ਦੇ ਉੱਤੇ ਨਿਕਲ ਜਾਂਦਾ। ਤੇ ਉੱਥੇ ਜਾਣ ਦੀ ਸਾਖੀ ਦੇ ਵਿੱਚ ਹੁਣ ਜਿਹੜਾ ਲਿਖਦਾ ਹੈ, ਪਹਿਲਾਂ ਤਾਂ ਇੱਕ ਮਲੂਕ ਦਾਸ ਦੀ ਸਾਖੀ ਲਿਖੀ ਹੈ ਕਿ ਉਹਨੂੰ ਨਿਵਾਜਿਆ ਗੁਰੂ ਸਾਹਿਬ ਨੇ ਰਸਤੇ ਦੇ ਵਿੱਚ। ਤੇ ਜਿਵੇਂ ਆਪਣੀ ਅੱਗੇ ਵੀ ਕਈ ਵਾਰੀ ਇਹ ਲਿਖ ਚੁੱਕਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ ਬਾਰ-ਬਾਰ ਇਹ ਜਾਪਦਾ ਹੈ ਕਿ ਲੇਖਕ ਮਾਸ ਖਾਨ ਦਾ ਬਹੁਤ ਸ਼ੌਕੀਨ ਸੀ, ਕਿਉਂਕਿ ਮਾਸ ਖਾਨ ਦੀ ਬਾਰ-ਬਾਰ ਪ੍ਰੋੜਤਾ ਕਰਦਾ ਹੈ। ਤੇ ਇਹਦੇ 'ਚ ਲਿਖਦਾ ਹੈ ਕਿ ਮਲੂਕ ਦਾਸ ਦੇ ਉਹਨਾਂ ਨੇ ਜਿਹੜਾ ਸਾਧੂ ਸੀ, ਉਹਦੇ ਮਾਸ ਖਾਨ ਵਾਲੇ ਜਿਹੜੇ ਭੁਲੇਖੇ ਸੀ ਉਹ ਨਿਵਰਤ ਕੀਤੇ ਬੜਾ ਕਰਾਮਾਤੀ ਢੰਗ ਨਾਲ। ਤੇ ਫਿਰ ਉਸ ਤੋਂ ਬਾਅਦ ਅੱਗੇ ਤੁਰ ਪਏ। ਫਿਰ ਗੁਰੂ ਜੀ ਪ੍ਰਯਾਗ, ਬਨਾਰਸ, ਮਿਰਜ਼ਾਪੁਰ, ਸਹਿਸਰਾਏ, ਸ਼ਾਇਦ ਸਸਾਰਾਮ ਨੂੰ ਸਹਿਸਰਾਏ ਲਿਖਿਆ ਇਹਨੇ, ਉੱਥੋਂ ਹੁੰਦੇ ਹੋਏ ਤੇ ਉੱਥੇ ਪਹੁੰਚੇ ਨੇ। ਤੇ ਮਾਤਾ ਨਾਨਕੀ ਜੀ ਨੇ ਆਪਣੇ ਸਪੁੱਤਰ ਨੂੰ ਪੋਤੇ ਦੀ ਇੱਛਾ ਆਪਣੀ ਪ੍ਰਗਟ ਕੀਤੀ ਹੈ। ਤੇ ਫਿਰ ਉਸ ਤੋਂ ਅੱਗੇ ਇੱਕ ਚਾਚਾ ਫੱਗੂ ਦੀ ਸਾਖੀ ਹੈ। ਸਾਖੀਆਂ ਨਾਲ ਲਿਖਦਾ ਜਾ ਰਿਹਾ ਹੈ ਕੁਝ ਜੋ ਉਸ ਵੇਲੇ ਦੇ ਸਿੱਖਾਂ ਜਾਂ ਗੁਰੂ ਸਾਹਿਬ ਨੂੰ ਮਿਲਣ ਵਾਲੇ ਵਿਅਕਤੀਆਂ ਦੀਆਂ। ਤਾਂ ਫਿਰ ਗਇਆ ਪਹੁੰਚਦੇ ਹਨ ਸਤਿਗੁਰੂ ਜੀ। ਉੱਥੇ ਅਸੀਂ ਜਾਣਦੇ ਹਾਂ ਕਿ ਸਾਰੇ ਗਇਆ ਦੇ ਵਿੱਚ ਪਿੰਡ ਭਰਾਉਣ ਜੀ ਜਾਂਦੇ ਨੇ। ਉੱਥੇ ਇੱਕ ਨਦੀ ਹੈ ਜਿਹੜੀ ਫਲਗੂ ਨਦੀ ਕਹਿਲਾਉਂਦੀ ਹੈ, ਉਹਦੇ ਕਿਨਾਰੇ ਦੇ ਉੱਤੇ ਸਾਰਾ ਕੁਝ ਘਾਟ ਦੇ ਉੱਤੇ ਕੀਤਾ ਜਾਂਦਾ ਹੈ। ਤਾਂ ਸਤਿਗੁਰੂ ਜੀ ਉੱਥੇ ਜਾਂਦੇ ਹਨ। ਤਾਂ ਪੰਡਤ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਵੀ ਆਪਣੇ ਪਿਤਰਾਂ ਦੇ ਜਿਹੜੇ ਪਿੰਡ ਭਰਾਓ। ਤਾਂ ਸਤਿਗੁਰੂ ਜੀ ਨੇ ਉੱਥੇ ਬਲਕਿ ਇੱਕ ਬੜੇ ਅਜੀਬ ਢੰਗ ਨਾਲ ਇਸਨੇ ਕਿਹਾ ਵੀ ਉਹਨਾਂ ਨੇ ਕਿਹਾ ਪਿੰਡ ਭਰਾਉਣ ਦੀ ਕੋਈ ਲੋੜ ਨਹੀਂ ਹੈਗੀ। ਪਰ ਅੱਗੋਂ ਜਿਹੜੀ ਗੱਲ ਕਹਿੰਦਾ ਉਹ ਬੜੀ ਅਜੀਬ ਹੈ ਕਿ ਇੱਥੇ ਆ ਗਏ, ਇੱਥੇ ਫਲਗੂ ਨਦੀ ਦੇ ਜਿੰਨੇ ਦਰਸ਼ਨ ਕਰ ਲਏ, ਉਹਦੇ 'ਚ ਪੈਰ ਪਾ ਲਏ, ਉਹਨੂੰ ਪਿੰਡ ਭਰਾਉਣ ਦੀ ਲੋੜ ਨਹੀਂ। ਉਹਦੇ ਪਿਤਰਾਂ ਦੀ ਤਾਂ ਇੰਨੀ ਗੱਲ ਨਾਲ ਹੀ ਪਾਰ ਉਤਾਰਾ ਹੋ ਜਾਂਦਾ ਹੈ। ਤੁਹਾਡੇ ਕੋਲ ਪਿੰਡ ਕਾਹਦੇ ਲਈ ਭਰਾਉਣੇ ਨੇ, ਅਸੀਂ ਤਾਂ ਫਲਗੂ ਨਦੀ ਦੇ ਦਰਸ਼ਨ ਕਰ ਲਏ ਨੇ। ਹੁਣ ਇਹ ਵੀ ਗੱਲ ਗੁਰਮਤਿ ਦੇ ਵਿਰੁੱਧ ਲਿਖ ਰਿਹਾ ਵੀ ਜਿਵੇਂ ਸਤਿਗੁਰੂ ਜੀ ਨੇ ਇਹ ਫਲਗੂ ਨਦੀ ਨੂੰ ਹੀ ਇੰਨਾ ਪਵਿੱਤਰ ਕਹਿ ਦਿੱਤਾ ਕਿ ਉੱਥੇ ਜਾ ਕੇ ਅਗਰ ਸਿੱਖ ਕਰਦੇ ਨੇ ਤੇ ਫਿਰ ਉਹ ਉਹਨਾਂ ਦੇ ਪਿਤਰਾਂ ਦਾ ਉਧਾਰ ਹੋ ਜਾਏਗਾ। ਖੈਰ ਉਸ ਤੋਂ ਬਾਅਦ ਪਟਨੇ ਸਤਿਗੁਰੂ ਜੀ ਪਹੁੰਚਦੇ ਨੇ। ਤੇ ਉੱਥੇ ਪਹੁੰਚਦੇ ਨੇ ਤੇ ਨਾਲ ਹੀ ਉਹ ਲਿਖਦਾ ਹੈ ਕਿ ਉੱਥੇ ਪਹੁੰਚਦੇ ਨੇ ਤੇ ਕੁਝ ਸਮੇਂ ਪਿੱਛੋਂ ਉੱਤੇ ਦਸਮ ਪਾਤਸ਼ਾਹ ਨੇ ਅਵਤਾਰ ਧਾਰਿਆ, ਤਾਰੀਖ ਵਗੈਰਾ ਨਹੀਂ ਦਿੱਤੀ। ਉਦੋਂ ਸਤਿਗੁਰੂ ਜੀ ਆਪ 9ਵੇਂ ਪਾਤਸ਼ਾਹ ਪਟਨਾ ਦੇ ਵਿੱਚ ਹੀ ਸਨ ਇਹਦੇ ਕਹਿਣ ਦੇ ਮੁਤਾਬਕ। ਉਸ ਤੋਂ ਅੱਗੇ ਫਿਰ ਉੱਥੇ ਕੁਝ ਸਾਖੀਆਂ ਲਿਖਦਾ ਹੈ। ਜੈਤੇ ਸੇਠ ਦੀ ਸਾਖੀ, ਜਿਹਦੇ ਘਰ ਗੰਗਾ ਹਰ ਰੋਜ਼ ਆ ਜਾਂਦੀ ਸੀ ਉਹਨੂੰ ਇਸ਼ਨਾਨ ਕਰਾਉਣ ਲਈ। ਇਸੇ ਤਰ੍ਹਾਂ ਰਾਜਾ ਰਾਮ ਸਿੰਘ ਨਾਲ ਗਏ ਫਿਰ ਢਾਕੇ ਦੇ ਵਿੱਚ ਬਲਾਕੀ ਦਾਸ ਦੀ, ਉਹਦੀ ਸਾਖੀ, ਉਹਦੀ ਮਾਤਾ ਦੇ ਹੱਥੋਂ ਪੁਸ਼ਾਕਾਂ ਲੈ ਕੇ ਪਹਿਨਦੇ ਹਨ।
ਫਿਰ ਬਾਬਾ ਅਲਮਸਤ ਜੀ ਦੇ ਪੁੱਤਰ ਨੱਥੇ ਦੀ ਵੀ ਸਾਖੀ ਵਿੱਚ ਲਿਖਦਾ ਹੈ, ਤੇ ਅਖੀਰ ਤੇ ਬ੍ਰਹਮ ਪੁੱਤਰ ਰਾਜੇ ਰਾਮ ਸਿੰਘ ਦੇ ਨਾਲ, ਵੈਸੇ ਹਰ ਥਾਂ ਤੇ ਉਹਦਾ ਨਾਮ ਬਿਸ਼ਨ ਸਿੰਘ ਹੀ ਲਿਖਦਾ ਹੈ। ਇਹ ਇਹਦੀਆਂ ਬਹੁਤ ਗਲਤੀਆਂ ਹਰ ਥਾਂ ਦੇ ਉੱਤੇ ਆਉਂਦੀਆਂ ਹਨ। ਇਹਨੂੰ ਸਮੇਂ ਦਾ ਤੇ ਵਿਅਕਤੀਆਂ ਦੀ ਲੱਗਦਾ ਹੈ ਕਿ ਕਾਫੀ ਭੁਲੇਖੇ ਪੈਂਦੇ ਰਹੇ ਨੇ, ਤੇ ਬਹੁਤ ਸਾਰੀਆਂ ਥਾਵਾਂ ਤੇ ਨਾਮ ਆਦੇ ਕੇ ਬਹੁਤ ਗਲਤ ਲਿਖਦਾ। ਤੋ ਬਿਸ਼ਨ ਸਿੰਘ ਨੂੰ ਇਹ ਕਹਿੰਦਾ ਨਾਲ ਲੈ ਕੇ ਜਦੋਂ ਸਤਿਗੁਰੂ ਜੀ ਪਹੁੰਚੇ ਤਾਂ ਉਹਨੇ ਫਿਰ ਉਸੇ ਤਰ੍ਹਾਂ ਹੀ ਜਾਦੂ ਆਪਣਾ ਚਲਾਉਣ ਦੀ ਧੋਬਨ ਦੇ ਥਰੂ ਯਤਨ ਕੀਤਾ। ਫਿਰ ਜਦੋਂ ਗੱਲ ਨਹੀਂ ਬਣੀ ਤਾਂ ਫਿਰ ਉਸ ਤੋਂ ਬਾਅਦ ਗੁਰੂ ਜੀ ਨੇ ਦੋਵਾਂ ਦੇ ਵਿਚਕਾਰ ਮੀਟਿੰਗ ਕਰਾਈ, ਸੁਲ੍ਹਾ ਕਰਾਈ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਲੜਾਈ ਖਤਮ ਹੁੰਦੀ ਹੈ। ਪਰ ਇੱਥੇ ਵੀ ਇਹਨੂੰ ਦੇਵੀ ਪ੍ਰੇਮ ਬੜਾ ਜਾਗਦਾ ਹੈ। ਤੇ ਜਦੋਂ ਰਾਮ ਸਿੰਘ ਨੂੰ ਪੁੱਛਦਾ, ਰਾਮ ਸਿੰਘ ਸਤਿਗੁਰੂ ਜੀ ਨੂੰ ਪੁੱਛਦਾ ਕਿ ਹੁਣ ਕੀ ਕਰੀਏ, ਤਾਂ ਇਹ ਕਹਿੰਦਾ ਹੈ ਕਿ ਉੱਥੋਂ ਦੇ ਰਾਜੇ ਦੇ ਉੱਤੇ ਕਾਮਾਖਿਆ ਦੇਵੀ ਜਿਹੜੀ ਅਸਾਮ ਦੀ ਹੈ, ਉਹਦੀ ਬੜੀ ਕਿਰਪਾ ਹੈ, ਤੇ ਉਹਦਾ ਜਿਹੜਾ ਵਰ ਹੈ ਉਹ ਨਹੀਂ ਤੋੜਿਆ ਜਾ ਸਕਦਾ। ਜਦ ਤੱਕ ਉਹਦੇ ਅੱਗੇ ਨਹੀਂ ਤੁਸੀਂ ਜਾ ਕੇ ਬੇਨਤੀ ਕਰਦੇ, ਇੱਥੋਂ ਦੇ ਰਾਜੇ ਨੂੰ ਹਰਾਇਆ ਨਹੀਂ ਜਾ ਸਕਦਾ। ਤਾਂ ਫਿਰ ਉਹ ਰਾਜਾ ਰਾਮ ਸਿੰਘ ਦੀ ਰਾਣੀ ਨੂੰ ਕਾਮਾਖਿਆ ਦੇਵੀ ਦੇ ਮੰਦਿਰ ਭੇਜਿਆ ਜਾਂਦਾ ਹੈ। ਉੱਥੇ ਜਾ ਕੇ ਉਹ ਰਾਣੀ ਦੀ ਪੂਜਾ ਕਰਦੀ ਹੈ, ਤੇ ਦੇਵੀ ਝੱਟ ਹੀ ਪ੍ਰਗਟ ਹੋ ਜਾਂਦੀ ਹੈ, ਤੇ ਉਹ ਫਿਰ ਉਹਨੂੰ ਵਰ ਦਿੰਦੀ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੀ ਆਪਸ ਦੇ ਵਿੱਚ ਸੁਲ੍ਹਾ ਹੋ ਜਾਂਦੀ ਹੈ, ਤੇ ਕੋਈ ਬੰਦਾ ਮਰਦਾ। ਹੁਣ ਇਹ ਨਹੀਂ ਸਮਝ ਲੱਗਦੀ ਕਿ ਇਹਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕ੍ਰੈਡਿਟ ਦਈਏ ਤਾਂ ਕਾਮਾਖਿਆ ਦੇਵੀ ਨੂੰ ਕ੍ਰੈਡਿਟ ਦਈਏ। ਇੱਥੇ ਵੀ ਉਹਦੇ ਚੋਂ ਗੁੰਝਲ ਪਾ ਦਿੱਤਾ। ਖੈਰ, ਉੱਥੋਂ ਜਦੋਂ ਸਾਰੀ ਗੱਲਬਾਤ ਹੋ ਜਾਂਦੀ ਆ, ਆਪਣੀ ਜ਼ਿੰਮੇਵਾਰੀ ਜੋ ਹੈ ਸਤਿਗੁਰੂ ਪੂਰੀ ਕਰਦੇ ਨੇ, ਪ੍ਰਚਾਰ ਕਰਦੇ ਕਰਦੇ ਰਸਤੇ 'ਚ, ਤੇ ਫਿਰ ਵਾਪਸ ਆਪ ਪਟਨੇ ਰਾਜੇ ਦੇ ਨਾਲ ਹੀ ਪਹੁੰਚ ਜਾਂਦੇ। ਇੱਥੇ ਉਹ ਲਿਖਦਾ ਹੈ ਕਿ ਜਦੋਂ ਵਾਪਸ ਪਹੁੰਚਦੇ ਨੇ ਤੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਿਆਈ ਦਾ ਤਿਲਕ ਆਪ ਦੇ ਕੇ ਤੇ ਰਾਜੇ ਦੇ ਨਾਲ ਦਿੱਲੀ ਚਲੇ ਗਏ। ਹੁਣ ਇਹ ਅਸੀਂ ਆਪਣੀ ਇਮੇਜਿਨੇਸ਼ਨ ਨਾਲ ਹੀ ਅੰਦਾਜ਼ਾ ਲਗਾਈਏ ਕਿ ਰਾਜੇ ਦੇ ਨਾਲ ਹੀ ਉਹ ਅਸਾਮ ਦੀ ਮੁਹਿੰਮ ਤੇ ਉੱਤੇ ਗਏ ਨੇ, ਤੇ ਰਸਤੇ ਜਾਂਦੇ ਜਾਂਦੇ ਪਟਨਾ ਸਾਹਿਬ ਰੁਕੇ ਨੇ, ਤੇ ਉੱਥੇ ਦਸਮ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਲੜਾਈ ਤੇ ਗਏ ਨੇ, ਲੜਾਈ ਖਤਮ ਹੁੰਦਿਆਂ ਕਿੰਨਾ ਕੁ ਸਮਾਂ ਲੱਗਾ ਹੋਏ, ਕੁਝ ਮਹੀਨੇ ਲੱਗੇ ਹੋਣਗੇ, ਸਾਲ ਲੱਗਿਆ ਹੋਏਗਾ, 2 ਸਾਲ ਲੱਗੇ ਹੋਣਗੇ, 6 ਸਾਲ 8 ਸਾਲ ਕਿੰਨੇ ਲੱਗੇ ਹੋਣਗੇ, ਇਹਦਾ ਇਹ ਕੁਝ ਜ਼ਿਕਰ ਨਹੀਂ ਕਰਦਾ। ਪਰ ਇੰਨਾ ਲਿਖ ਦਿੰਦਾ ਕਿ ਜਦੋਂ ਗੁਰੂ ਸਾਹਿਬ ਵਾਪਸ ਆਏ ਤੇ ਗੁਰਿਆਈ ਦੇ ਕੇ ਤੇ ਦਿੱਲੀ ਗਏ। ਉਹ ਦਿੱਲੀ ਪਹੁੰਚਦਾ ਰਾਜਾ ਰਾਮ ਸਿੰਘ ਜਿਹਦੇ ਨਾਲ ਸਤਿਗੁਰੂ ਜੀ ਗਏ ਸਨ ਔਰ ਉਹਦੀ ਮਦਦ ਕੀਤੀ ਸੀ, ਇਹ ਲਿਖਦਾ ਹੈ ਕਿ ਦਿੱਲੀ ਜਾ ਕੇ ਰਾਜੇ ਨੇ ਗੁਰੂ ਸਾਹਿਬ ਨੂੰ ਸ਼ਾਹ ਦੇ ਹਵਾਲੇ ਕਰ ਦਿੱਤਾ ਤੇ ਆਪ ਚਲਾ। ਹੁਣ ਉੱਥੇ ਬਾਦਸ਼ਾਹ ਫੇਰ ਉਹੀ ਆਪਣੀ ਰੱਟ ਹੈ ਕਿ ਕਰਾਮਾਤ ਦਿਖਾਓ। ਗੁਰੂ ਸਾਹਿਬ ਫੇਰ ਮਨਾ ਕਰਦੇ ਨੇ, ਉਹ ਕੈਦ ਕਰਕੇ ਰੱਖ ਲੈਂਦਾ ਹੈ। ਤਾਂ ਫਿਰ ਉੱਥੋਂ ਗੁਰੂ ਜੀ ਜਿਹੜੀ ਅਸੀਂ ਬਾਕੀ ਕਥਾ ਸੁਣਦੇ ਹਾਂ ਕਿ ਉਹਨਾਂ ਨੇ 2 ਸ਼ਲੋਕ ਆਪਣੇ ਜਿਹੜੇ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਵਿੱਚ, ਉਹ ਪ੍ਰੀਖਿਆ ਲਈ ਸ਼ਲੋਕ ਇੱਕ ਭੇਜਦੇ ਨੇ, ਤੇ ਦੂਜਾ ਸ਼ਲੋਕ ਜਿਹੜਾ ਹੈਗਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਲਿਖ ਕੇ ਭੇਜਦੇ ਨੇ, ਤੇ ਫਿਰ ਗੁਰੂ ਸਾਹਿਬ ਦੀ ਤਸੱਲੀ ਹੋ ਜਾਂਦੀ ਹੈ। ਇਹ ਸਾਰੀ ਜਿਹੜੀ ਚੀਜ਼ ਹੈ ਉਹ ਇੱਥੇ ਲਿਖਦਾ ਹੈ। ਤੇ ਨਾਲ ਹੀ ਜਿਹੜੀ ਅਸੀਂ ਅੱਗੇ ਇੱਕ ਵਾਰੀ ਪਹਿਲਾਂ ਕਥਾ ਸੁਣ ਚੁੱਕੇ ਹਾਂ, ਹੁਣ ਪਤਾ ਨਹੀਂ ਸ਼ਾਇਦ ਸ਼ੁਰੂ ਹੀ ਇਸ ਪੁਸਤਕ ਤੋਂ ਹੋਈ ਹੈ, ਕਿ ਗੁਰੂ ਸਾਹਿਬ ਨੇ ਇੱਕ ਰਾਜਪੂਤ ਸੇਵਕ ਜੋ ਨਾਲ ਰੱਖਿਆ ਹੋਇਆ ਸੀ, ਉਹਨੂੰ ਉਹਨਾਂ ਨੇ ਕਨਵਿੰਸ ਕੀਤਾ, ਤੇ ਉਹਨੇ ਗੁਰੂ ਜੀ ਦੇ ਹੁਕਮ ਨਾਲ ਗੁਰੂ ਜੀ ਦਾ ਸੀਸ ਉਤਾਰ ਦਿੱਤਾ, ਤੇ ਗੁਰੂ ਜੀ ਦੀ ਆਗਿਆ ਨਾਲ ਜਿਹੜਾ ਹੈਗਾ ਉਹ ਸੀਸ ਉਤਾਰਿਆ ਗਿਆ। ਹੁਣ ਅਸੀਂ ਉਹਨਾਂ ਨੂੰ ਕੀ ਕਹੀਏ ਕਿ ਗੁਰੂ ਸਾਹਿਬ ਨੇ ਆਪ ਕਹਿ ਕੇ ਆਪਣਾ ਸੀਸ ਉਤਰਵਾਇਆ। ਇਹ ਕਹਿੰਦਾ ਹੈ ਨਾਲ ਨਾਲ ਉਹਨਾਂ ਨੂੰ ਸ਼ਹੀਦ ਵੀ ਕਹੀ ਜਾਂਦਾ, ਤੇ ਉਹਦਾ ਕੀ ਲੌਜਿਕ ਹੈ ਇਹ ਕੁਝ ਦੱਸਦਾ ਨਹੀਂ ਹੈ। ਪਰ ਕੁਝ ਵੀ ਹੋਵੇ, ਇਹਦੇ ਵਿੱਚ ਇੱਕ ਗੱਲ ਸਪਸ਼ਟ ਹੈ ਕਿ ਜਿਵੇਂ ਪਹਿਲਾਂ ਇਹ ਪੰਚਮ ਪਾਤਸ਼ਾਹ ਦੀ ਸ਼ਹੀਦੀ ਦੇ ਟਾਈਮ ਦੇ ਉੱਤੇ ਜਹਾਂਗੀਰ ਨੂੰ ਬਰੀ ਕਰ ਦਿੱਤਾ ਸੀ ਇਹਨੇ, ਉਸੇ ਤਰ੍ਹਾਂ ਹੀ ਇੱਕ ਕਿਸਮ ਨਾਲ ਇਹਨੇ ਔਰੰਗਜ਼ੇਬ ਨੂੰ ਇਹ ਬਰੀ ਕਰ ਦਿੱਤਾ। ਤੋ ਉਹਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਉਹਨੇ ਕੋਈ ਹੁਕਮ ਨਹੀਂ ਜਾਰੀ ਕੀਤਾ, ਉਹਦੇ ਕੋਈ ਜਲਾਦ ਨਹੀਂ ਆਏ, ਤੇ ਉਹਨਾਂ ਨੇ ਗੁਰੂ ਜੀ ਨੂੰ ਸ਼ਹੀਦ ਨਹੀਂ ਕੀਤਾ। ਤੇ ਇੱਥੇ ਅੱਗੇ ਇੱਕ ਬੜੀ ਅਜੀਬ ਗੱਲ ਲਿਖਦਾ ਹੈ ਕਿ ਗੁਰੂ ਜੀ ਦੀ ਆਗਿਆ ਨਾਲ ਧੜ ਜਿਹੜਾ ਸੀ ਉਹਨਾਂ ਦਾ, ਉਹ ਅਨੰਦਪੁਰ ਸਾਹਿਬ ਪਹੁੰਚ ਗਿਆ। ਸੀਸ ਦਾ ਇਹ ਕੋਈ ਜ਼ਿਕਰ ਹੀ ਨਹੀਂ ਕਰਦਾ ਕਿ ਸੀਸ ਦਾ ਕੀ ਹੋਇਆ, ਕਿਸ ਤਰ੍ਹਾਂ ਕੀ ਘਟਨਾ ਵਾਪਰੀ, ਕਿੱਥੇ ਗਿਆ, ਕੀ ਹੋਇਆ। ਇਹ ਜਿਹੜੀ ਇਹਨੇ ਚੀਜ਼ ਲਿਖੀ ਹੈ, ਸਾਰੇ ਇਤਿਹਾਸ ਬਾਕੀ ਜਿਹੜਾ ਅਸੀਂ ਪੜ੍ਹਦੇ ਹਾਂ ਉਹਦੇ ਤੋਂ ਬਿਲਕੁਲ ਉਲਟ ਲਿਖੀ ਹੈ। ਔਰ ਇੱਕ ਹੋਰ ਬੜੀ ਅਜੀਬ ਗੱਲ ਹੈ ਕਿ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਤਾਂ ਹਲੇ ਵਸਾਇਆ ਨਹੀਂ ਹੈ, ਉੱਥੇ ਕੋਈ ਵਸੋਂ ਹੋਈ ਨਹੀਂ ਹੈ, ਜ਼ਮੀਨ ਉਹਨਾਂ ਨੇ ਖਰੀਦੀ ਨਹੀਂ ਹੈ, ਤੇ ਸੀਸ ਸਰੀਰ ਅਨੰਦਪੁਰ ਸਾਹਿਬ ਪਹੁੰਚ ਗਿਆ। ਤੇ ਜਿਵੇਂ ਅੱਗੇ ਜਾ ਕੇ ਲਿਖਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਵੀ, ਜਦੋਂ ਉਹ ਅਨੰਦਪੁਰ ਸਾਹਿਬ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਉਹ ਸਤਿਗੁਰੂ ਜੀ ਦਾ ਕਹਿੰਦਾ ਕਿ ਜਿਹੜਾ ਦੇਹਰਾ ਬਣਿਆ ਸੀ ਉਹਦੇ ਵੀ ਦਰਸ਼ਨ ਕਰਦੇ ਨੇ। ਤਾਂ ਫਿਰ ਦੇਹਰਾ ਕਿੰਨੇ ਬਣਾਇਆ ਜੇ ਹਾਲੇ ਅਨੰਦਪੁਰ ਸਾਹਿਬ ਵਸਿਆ ਨਹੀਂ ਸੀ।
ਤੇ ਫਿਰ ਉਸ ਤੋਂ ਬਾਅਦ ਇਹ ਗੁਰੂ ਸਾਹਿਬ ਦੀ ਉਸਤਤ ਕਰਦਾ ਹੈ, ਬਿਲਕੁਲ ਉਹੀ ਸ਼ਬਦਾਵਲੀ ਦੇ ਜੋ ਬਚਿੱਤਰ ਨਾਟਕ ਦੇ ਵਿੱਚ ਵਰਤੀ ਗਈ ਹੈ। ਇਹ ਲਿਖਦਾ ਹੈ, ਕੀਆ ਧਰਮ ਹੇਤ ਸਾਕਾ, ਜੰਜੂ ਤਿਲਕ ਕੀ ਰਾਖਾ। ਤੇ ਫਿਰ ਇਸ ਤੋਂ ਅੱਗੇ ਰਿਪੀਟ ਕਰਦਾ ਹੈ, ਠੀਕਰ ਫੋਰ ਦਲੀਸ ਸਿਰ, ਉਹ ਸਾਰੀਆਂ ਚੀਜ਼ਾਂ ਰਿਪੀਟ ਕਰਦਾ ਹੈ ਤੇ ਗੁਰੂ ਸਾਹਿਬ ਦੀ ਇਸ ਸ਼ਹੀਦੀ ਦੇਣ ਵਾਸਤੇ ਉਸਤਤ ਕਰਦਾ। ਫਿਰ ਅੱਗੇ ਲਿਖਦਾ ਹੈ ਕਿ ਜਦੋਂ ਖਬਰ ਪਟਨੇ ਪਹੁੰਚੀ, ਪਰਿਵਾਰ ਨੂੰ ਪਹੁੰਚੀ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਇੱਕ ਸੀਸ ਨਾਲ ਨਹੀਂ ਗੱਲ ਬਣਨੀ, ਹਾਲੇ ਹੋਰ ਬਹੁਤ ਸੀਸ ਦੇਣੇ ਪੈਣੇ। ਤੋ ਇਹ ਜਿਹੜੀ ਗੁਰੂ ਸਾਹਿਬ ਦੀ ਜਿਹੜੀ ਜੀਵਨੀ ਉਹਨੇ ਲਿਖੀ ਹੈ, ਉਹ ਬਸ ਇਤਨਾ ਹੀ ਹੈ ਜਿਤਨਾ ਮੈਂ ਆਪ ਜੀ ਨੂੰ ਸੁਣਾਇਆ ਹੈ। ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਬਹੁਤ ਕੁਝ ਜਿਹੜਾ ਹੈਗਾ ਉਹਨੇ ਬਿਲਕੁਲ ਛੱਡ ਦਿੱਤਾ। ਜਿਵੇਂ ਧੀਰਮਾਲ ਵੱਲੋਂ ਜੋ ਗੁਰੂ ਸਾਹਿਬ ਦੇ ਨਾਲ ਵੈਰ ਕਮਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਦੀ ਕੋਈ ਡਿਟੇਲ ਨਹੀਂ ਕੀਤੀ। ਸਿਰਫ ਇਤਨਾ ਹੀ ਲਿਖਿਆ ਕਿ ਧੀਰਮਾਲ ਨੇ ਜਾ ਕੇ ਸ਼ਿਕਾਇਤ ਕੀਤੀ। ਉਸ ਤੋਂ ਬਾਅਦ ਧੀਰਮਾਲ ਦਾ ਕੀ ਬਣਿਆ ਉਹਦੇ ਬਾਰੇ ਵੀ ਕੁਝ ਨਹੀਂ। ਫਿਰ ਗੁਰੂ ਸਾਹਿਬ ਦਾ, ਜਿਵੇਂ ਮੈਂ ਅੱਗੇ ਗੱਲ ਕੀਤੀ ਹੈ, ਕੀਰਤਪੁਰ ਸਾਹਿਬ ਜਾਣਾ, ਅਨੰਦਪੁਰ ਸਾਹਿਬ ਵਸਾਉਣਾ, ਇਹ ਵੀ ਕੋਈ ਜ਼ਿਕਰ ਨਹੀਂ ਹੈ। ਸਿੱਧਾ ਹੀ ਗ੍ਰਿਫਤਾਰੀ ਗੁਰਿਆਈ ਤੋਂ ਬਾਅਦ ਹੋ ਜਾਂਦੀ ਹੈ ਤੇ ਗ੍ਰਿਫਤਾਰੀ ਦੇ ਵਿੱਚ ਹੀ ਉਹਨਾਂ ਦੀ ਸ਼ਹੀਦੀ ਹੋ ਜਾਂਦੀ ਹੈ। ਇਉਂ ਜਾਪਦਾ ਹੈ ਕਿ ਉਹ ਸਾਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਸਤਿਗੁਰੂ ਜੀ ਉਹ ਗ੍ਰਿਫਤਾਰੀ ਜਾਂ ਔਰੰਗਜ਼ੇਬ ਦੇ ਪਹਿਰੇ ਅੰਦਰ ਹੀ ਸਾਰਾ ਉਹਨਾਂ ਦਾ ਗੁਰਿਆਈ ਦਾ ਸਮਾਂ ਨਿਕਲਿਆ। ਉਹਨਾਂ ਨੇ ਇੰਡੀਪੈਂਡੈਂਟਲੀ ਕਿਤੇ ਆਣਾ ਜਾਣਾ ਜਾਂ ਹੋਰ ਕੁਝ ਉਹਨਾਂ ਨੇ ਕੀਤਾ ਹੀ ਨਹੀਂ ਹੈ। ਉਹਨਾਂ ਦੇ ਪਹਿਰੇ ਥੱਲੇ ਹੀ ਉਹ ਸਾਰਾ ਜੀਵਨ ਰਿਹਾ, ਗੁਰਿਆਈ ਦਾ ਜੀਵਨ ਜਿੰਨਾ ਵੀ ਸੀ। ਉਹਨਾਂ ਦੇ ਵੱਲੋਂ ਕੀਤੇ ਪ੍ਰਚਾਰ ਦੌਰਿਆਂ ਦਾ ਕੋਈ ਜ਼ਿਕਰ ਨਹੀਂ। ਕੁਝ ਕੁ ਸਾਖੀਆਂ ਜਿਨ੍ਹਾਂ ਦਾ ਮੈਂ ਜ਼ਿਕਰ ਆਪ ਜੀ ਦੇ ਨਾਲ ਕੀਤਾ ਹੈ, ਉਹਨਾਂ ਦੇ ਵਿੱਚ ਸਿਰਫ ਕੇਵਲ ਜਿਹੜਾ ਹੈਗਾ ਉਹ ਜਿਹੜੀਆਂ ਜ਼ਿਕਰ ਕੀਤਾ ਉਹਨੇ, ਉਹਦੇ ਵਿੱਚ ਕੇਵਲ ਕਰਾਮਾਤੀ ਕਹਾਣੀਆਂ ਹੀ ਹਨ। ਹੋਰ ਕੋਈ ਗੁਰਸਿੱਖੀ ਦੇ ਪ੍ਰਚਾਰ ਵਾਲਿਆਂ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਵੀ ਉੱਥੇ ਕਿਹਨਾਂ ਨੂੰ ਮਿਲੇ, ਕੀ ਹੋਇਆ। ਤੇ ਜੇ ਸ਼ਹੀਦੀ ਵੱਲ ਆ ਜਾਈਏ ਤੇ ਨਾ ਕਸ਼ਮੀਰੀ ਪੰਡਤਾਂ ਵਾਲੀ ਸਾਖੀ ਹੈ। ਤੇ ਫਿਰ ਦਸਮ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਜਿਵੇਂ ਮੈਂ ਅੱਗੇ ਜ਼ਿਕਰ ਕੀਤਾ, ਵਾਪਸੀ ਤੇ ਗੁਰਿਆਈ ਵੀ ਦੇ ਦਿੱਤੀ। ਤੇ ਦਸਮ ਪਾਤਸ਼ਾਹ ਦੀ ਉਮਰ ਉਦੋਂ ਕਿੰਨੀ ਸੀ, ਇਹ ਇੱਕ ਬੜਾ ਸਵਾਲ ਖੜਾ ਹੋ ਜਾਂਦਾ ਜੇ ਇਹਦੀ ਗੱਲ ਨੂੰ ਮੰਨ ਲਈਏ ਤਾਂ। ਫਿਰ ਗੁਰੂ ਸਾਹਿਬ ਨੂੰ ਦਿੱਲੀ ਜਾ ਕੇ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਸ਼ਹੀਦੀ। ਤੇ ਫਿਰ ਜਿੰਨਾ ਵੀ ਇਹਨੇ ਜ਼ਿਕਰ ਕੀਤਾ, ਅੱਗੇ ਚੱਲ ਕੇ ਅਸੀਂ ਦੇਖਾਂਗੇ ਕਿ ਇਸ ਦੌਰਾਨ ਦੇ ਵਿੱਚ ਦਸਮ ਪਾਤਸ਼ਾਹ ਦੇ ਬਚਪਨ ਦੇ ਸਮੇਂ ਨਾਲ ਸੰਬੰਧਿਤ ਘਟਨਾਵਾਂ, ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਦਾ ਕੀ ਬਚਨ ਕਹੇ, ਕੀ ਉਪਦੇਸ਼ ਦਿੱਤੇ, ਉਹ ਸਾਰੀਆਂ ਗੱਲਾਂ ਬਿਲਕੁਲ ਛੱਡ ਗਿਆ ਤੇ ਨਾ ਹੀ ਅੱਗੇ ਜਾ ਕੇ ਕਿਤੇ ਕਰਦਾ। ਉਹ ਬਿਲਕੁਲ ਹੀ ਛੱਡ ਗਿਆ। ਭਾਈ ਸਤੀਦਾਸ ਜੀ ਦਾ, ਭਾਈ ਦਿਆਲਾ ਜੀ ਦਾ ਉਹ ਕੁਝ ਵੀ ਨਹੀਂ ਦੱਸਦਾ। ਤੇ ਸ਼ਹੀਦੀ ਦੀ ਜਿਹੜੀ ਗੱਲ ਹੈ, ਉਹ ਵੀ ਜਿਵੇਂ ਮੈਂ ਆਪ ਜੀ ਨੂੰ ਦੱਸਿਆ, ਸ਼ਹੀਦੀ ਦੀ ਗੱਲ ਵੀ ਗੋਲ ਕਰ ਗਿਆ। ਉਹਨੂੰ ਅਸੀਂ ਸ਼ਹੀਦੀ ਕਹੀਏ ਜਾਂ ਨਾ ਕਹੀਏ, ਇਹ ਹੁਣ ਸਾਨੂੰ ਨਿਰਣਾ ਕਰਨਾ ਪਏਗਾ। ਤੇ ਫਿਰ ਦੇਹ ਅਨੰਦਪੁਰ ਸਾਹਿਬ ਦੱਸੀ ਹੈ, ਜਦ ਕਿ ਪਰਿਵਾਰ ਉਸ ਵੇਲੇ ਪਟਨੇ ਬੈਠਾ, ਸ਼ਹਿਰ ਹਾਲੇ ਵਸਿਆ ਨਹੀਂ। ਇਹ ਕਿਵੇਂ ਉਹਨੇ ਕਿਸ ਆਧਾਰ ਤੇ ਲਿਖ ਦਿੱਤਾ? ਤੇ ਜਿਵੇਂ ਮੈਂ ਅੱਗੇ ਕਿਹਾ, ਔਰੰਗਜ਼ੇਬ ਨੂੰ ਬਿਲਕੁਲ ਬਰੀ ਕਰ ਦਿੱਤਾ। ਤੋ ਇਹ ਜੋ ਨਾਮ ਤਾਂ ਪੁਸਤਕ ਤਾਂ ਉਹਨੇ ਲਿਖਿਆ ਮਹਿਮਾ ਪ੍ਰਕਾਸ਼, ਪਰ ਕੀ ਇਹ ਗੁਰੂ ਸਾਹਿਬ ਦੀ ਮਹਿਮਾ ਕਰ ਰਿਹਾ ਹੈ ਕਿ ਕੀ ਕਰ ਰਿਹਾ ਹੈ, ਇਹ ਹੁਣ ਆਪਾਂ ਆਪ ਦੇਖੀਏ ਵੀ ਇਹ ਕਵੀ ਦਾ ਪਿੱਛੇ ਦੇ ਮਨਸ਼ਾ ਕੀ ਹੈ ਇਸ ਪੁਸਤਕ ਦੇ ਲਿਖਣ ਦੇ ਪਿੱਛੇ। ਫਿਰ ਇੱਕ ਚੀਜ਼ ਹੋਰ ਹੈ ਕਿ ਇਹਨੇ ਇਸ ਤਰ੍ਹਾਂ ਸ਼ੋਅ ਕੀਤਾ ਕਿ ਸਤਿਗੁਰੂ ਜੀ ਦਾ ਸਾਰਾ ਗੁਰਿਆਈ ਦਾ ਪੀਰੀਅਡ ਉਹਨਾਂ ਦੀ ਕੈਦ ਦੇ ਵਿੱਚ ਹੀ, ਔਰੰਗਜ਼ੇਬ ਦੀ ਕੈਦ ਦੇ ਵਿੱਚ ਹੀ ਗੁਜ਼ਰਿਆ। ਕੁਝ ਹੋਰਾਂ ਦਾ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ। ਕਈ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ ਟੈਕਸਟ ਬੁੱਕਸ ਦੇ ਵਿੱਚ ਵੀ ਉਹਦੇ 'ਚ ਉਹ ਚੀਜ਼ਾਂ ਨੂੰ ਜ਼ਿਕਰ ਕਰ ਦਿੱਤਾ ਗਿਆ। ਫਿਰ ਬਾਅਦ ਵਿੱਚ ਅਸੀਂ ਪ੍ਰੋਟੈਸਟ ਕਰਕੇ ਉਹ ਹਟਵਾਇਆ। ਕੁਝ ਹੋਰਾਂ ਨੇ ਇਹ ਜ਼ਿਕਰ ਲਿਖ ਛੱਡਿਆ ਹੋਇਆ ਇਸ ਕਿਸਮ ਦਾ ਕਿ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਸ਼ਹੀਦ ਇਸ ਕਰਕੇ ਕੀਤਾ ਕਿਉਂਕਿ ਉਹ ਡਾਕੇ ਮਾਰਦੇ ਸਨ ਤੇ ਚੋਰ ਧਾੜ ਵੀ ਸਨ। ਇੱਕ ਐਕਸਟ੍ਰੀਮ ਦੇ ਉੱਤੇ ਉਹ ਕਥਾ ਜਿਹੜੀ ਹੈ ਲਿਖਾਰੀਆਂ ਵੱਲੋਂ ਲਿਖੀ ਹੋਈ ਹੈ, ਪੰਥ ਦੇ ਦੁਖੀਆਂ ਵੱਲੋਂ, ਇਹ ਅਸੀਂ ਪੰਥ ਦੇ ਹਿਤੈਸ਼ੀ ਮੰਨਦੇ ਆ, ਗੁਰੂ ਅੰਸ਼ ਦੇ ਵਿੱਚੋਂ ਮੰਨਦੇ ਆ, ਪਰ ਇਹਨਾਂ ਨੇ ਵੀ ਜਿੱਦਾਂ ਦਿੱਤੀ ਆ ਉਹ ਵੀ ਕੋਈ ਸਾਨੂੰ ਸਮਝ ਨਹੀਂ ਆਉਂਦੀ ਕਿ ਸਤਿਗੁਰੂ ਜੀ ਦੀ ਕੋਈ ਮਹਿਮਾ ਕਰ ਰਹੇ ਨੇ ਜਾਂ ਕੀ ਕਰ। ਤੋਂ ਅੱਗੇ ਫਿਰ ਦਸਮ ਪਾਤਸ਼ਾਹ ਦੇ ਜੀਵਨ ਦੇ ਵਿੱਚ, ਇਹ ਨੌਵੇਂ ਪਾਤਸ਼ਾਹ ਦੇ ਜੀਵਨ ਦੀ ਇਹਨਾਂ ਨੇ 19 ਸਾਖੀਆਂ ਸੀ, ਜਿਨ੍ਹਾਂ ਦਾ ਮੈਂ ਸੰਖੇਪ ਵਿੱਚ ਮੋਟਾ-ਮੋਟਾ ਸਾਰ ਆਪ ਜੀ ਨੂੰ ਦੱਸਿਆ। ਤੇ ਦਸਮ ਪਾਤਸ਼ਾਹ ਦੇ ਜੀਵਨ ਦੀਆਂ 27 ਸਾਖੀਆਂ ਇਹਨੇ ਲਿਖੀਆਂ। ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਪਹਿਲੀ ਸਾਖੀ ਹਮੇਸ਼ਾ ਹੀ ਸਤਿਗੁਰੂ ਜੀ ਦੀ ਮਹਿਮਾ ਦੀ ਹੁੰਦੀ ਹੈ, ਤਾਂ ਇੱਥੇ ਸਾਖੀ ਮਹਿਮਾ ਦਸਵੇਂ ਪਾਤਸ਼ਾਹ ਕੀ ਉਹ ਸਾਖੀ ਹੈ ਜਿਹਦੇ ਵਿੱਚ ਉਹ ਗੁਰੂ ਸਾਹਿਬ ਦੀ ਉਸਤਤ ਕਰਦਾ ਹੈ। ਤੇ ਜਿਵੇਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਸਤਤ ਕਰਦਾ ਆਇਆ, ਉਹ ਪੂਰੀ ਤਰ੍ਹਾਂ ਪੁਰਾਣਿਕ ਤੇ ਸਨਾਤਨੀ ਸ਼ੈਲੀ ਦੇ ਵਿੱਚ ਉਹੀ ਉਪਮਾਵਾਂ ਦਿੱਤੀਆਂ ਨੇ,
ਅਵਤਾਰਾਂ ਵਾਲੀਆਂ, ਪੁਰਾਣਾਂ ਦੇ ਪਾਤਰਾਂ ਵਾਲੀਆਂ ਤੇ ਉਸ ਕਿਸਮ ਦੀਆਂ ਰਿਸ਼ੀਆਂ ਮੁਨੀਆਂ ਦੇ ਨਾਮ ਲੈ ਕੇ ਉਸੇ ਸ਼ੈਲੀ ਦੇ ਵਿੱਚ ਇਹਨੇ ਇੱਕ ਸਾਖੀ ਪੂਰੀ ਲਿਖੀ ਹੈ ਕਵਿਤਾ ਦੇ ਵਿੱਚ, ਜਿਹਦੇ ਵਿੱਚ ਕੇਵਲ ਸਤਿਗੁਰੂ ਜੀ ਦੀ ਇਸ ਢੰਗ ਦੇ ਨਾਲ ਉਸਤਤ ਕੀਤੀ ਗਈ ਹੈ। ਫਿਰ ਉਸ ਤੋਂ ਅੱਗੇ ਲਿਖਦਾ ਹੈ ਕਿ ਹੈਡਿੰਗ ਦਿੰਦਾ ਹੈ ਕਿ ਸਤਿਗੁਰੂ ਜੀ ਦੇ ਪਰਮ ਚਰਿੱਤਰ ਦੀ ਸਾਖੀ, ਤੇ ਇਹਦੇ ਵਿੱਚੋਂ ਕੀ ਲਿਖਦਾ ਹੈ ਕਿ ਕਵੀ ਦੇ ਅਨੁਸਾਰ ਜ਼ਿੰਦਗੀ ਦੇ ਪਹਿਲੇ 12 ਸਾਲ ਉਹਨਾਂ ਨੇ ਪਟਨਾ ਦੇ ਵਿੱਚ ਗੁਜ਼ਾਰੇ, ਜਦਕਿ ਬਾਕੀ ਲੇਖਕ ਜਿਹੜੇ ਨੇ ਉਹ ਵੱਧ ਤੋਂ ਵੱਧ 5.5-6 ਸਾਲ ਤੱਕ ਦਾ ਸਮਾਂ ਲਿਖਦੇ ਨੇ, ਕਈ ਇਸ ਤੋਂ ਘੱਟ ਵੀ ਲਿਖਦੇ ਨੇ। ਪਰ ਇਹ ਇੱਥੇ ਸਭ ਤੋਂ ਅਲੱਗ ਸਾਨੂੰ ਵਰਸ਼ਨ ਦੇ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਟਨਾ ਸਾਹਿਬ ਵਿੱਚ 12 ਸਾਲ ਗੁਜ਼ਾਰੇ। ਤਾਂ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਪੰਜਾਬ ਚੱਲਣਾ ਹੈ, ਤਾਂ ਪਹਿਲਾਂ ਮਾਤਾ ਨਾਨਕੀ ਜੀ ਦਾ ਨਾਮ ਲਿਖਿਆ ਕਿ ਉਹ ਬੜੇ ਘਬਰਾ ਗਏ ਕਿ ਪੰਜਾਬ ਵਿੱਚ ਤਾਂ ਹਾਲਾਤ ਇਦਾਂ ਨੇ, ਕਿਉਂ ਜਾਈਏ। ਤਾਂ ਲੇਕਿਨ ਗੁਰੂ ਸਾਹਿਬ ਨੇ ਉਹਨਾਂ ਨੂੰ ਕਨਵਿੰਸ ਕਰਨ ਲਈ ਫਿਰ ਉੱਥੇ ਕਰਾਮਾਤੀ ਢੰਗ ਨਾਲ ਲਿਖਦਾ ਹੈ ਕਿ ਮਸੰਦ ਜਿਹੜਾ ਸੀ ਬੁਲਾਕੀ ਦਾਸ, ਜਿਹਦੀ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ, ਇੱਕ ਸਾਖੀ ਪਹਿਲਾਂ ਆ ਚੁੱਕੀ ਹੈ। ਤੋ ਬੁਲਾਕੀ ਦਾਸ ਨੂੰ ਦਸਮ ਪਾਤਸ਼ਾਹ ਹੁਕਮ ਕਰਦੇ ਨੇ ਕਿ ਇੱਕ ਜ਼ਨਾਨਾ ਡੋਲਾ ਬਣਾ ਕੇ ਲਿਆਓ, ਹਾਥੀ ਦੰਦ ਦਾ ਤੇ ਸੋਨੇ ਦਾ, ਤੇ ਉਹਦੇ ਵਿੱਚ 700 ਤੋਲੇ ਸੋਨਾ ਜਿਹੜਾ ਤੁਸੀਂ ਲਗਾ। ਉਹਦੇ ਚੋਂ ਦੱਸਦਾ ਹੈ ਕਿ ਜਦੋਂ ਆਇਆ ਤੇ ਸਭ ਨੇ ਕਿਹਾ ਬੜਾ ਸੁੰਦਰ ਡੋਲਾ ਬਣਾਇਆ, ਲੇਕਿਨ ਕਹਿੰਦੇ ਗੁਰੂ ਸਾਹਿਬ ਨੇ ਉਹਨੂੰ ਅੱਗ ਲਾ ਦਿੱਤੀ, ਤੇ ਜਦੋਂ ਉਹਨੂੰ ਪਰਖ ਕੇ ਦੇਖਿਆ ਤੇ 700 ਦੀ ਥਾਂ ਤੇ ਉਹਨੇ ਮਸਾਂ 60-70 ਤੋਲੇ ਸੋਨਾ ਲਗਾਇਆ ਸੀ, ਬੜੀ ਹੇਰਾਫੇਰੀ ਉਹਨੇ ਕੀਤੀ ਹੋਈ ਸੀ। ਤਾਂ ਜਦੋਂ ਇਹ ਦੇਖਿਆ ਤਾਂ ਫਿਰ ਮਾਤਾ ਜੀ ਨੂੰ ਲੱਗਿਆ ਵੀ ਅਸੀਂ ਜਿਸ ਥਾਂ ਤੇ ਬੈਠੇ ਆ, ਉੱਥੋਂ ਦੇ ਤੇ ਸਾਡੇ ਬੜੇ ਸ਼ਰਧਾਲੂ ਸਿੱਖ ਜਿਹੜੇ ਆਖਦੇ ਨੇ ਆਪਣੇ ਆਪ ਨੂੰ, ਉਹ ਵੀ ਬੜੇ ਧੋਖੇ ਕਰ ਰਹੇ ਨੇ, ਤੇ ਸਾਨੂੰ ਪੰਜਾਬ ਹੀ ਜਾਣਾ ਚਾਹੀਦਾ। ਤੇ ਫਿਰ ਸਤਿਗੁਰੂ ਜੀ ਦੇ ਨਾਲ ਉਹਨਾਂ ਦੇ ਦਾਦੀ ਜੀ ਮਾਤਾ ਨਾਨਕੀ ਜੀ ਤੁਰ ਪਏ। ਰਸਤੇ ਦਾ ਕੋਈ ਜ਼ਿਕਰ ਨਹੀਂ ਕਰਦਾ ਕਿ ਕਿਹੜੇ ਰਸਤੇ ਤੋਂ ਆਇਆ। ਉੱਥੇ ਉਹ ਕਹਿੰਦਾ ਜੀ ਮਾਖੋਵਾਲ ਪਹੁੰਚੇ, ਤੇ ਸ਼ਹਿਰ ਵਿੱਚ ਐਂਟਰ ਕਰਨ ਤੋਂ ਪਹਿਲੇ ਸਤਿਗੁਰੂ ਜੀ ਨੇ 5 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ, ਔਰ ਇਸ ਕਰਕੇ ਉਹਨਾਂ ਨੇ ਉਸ ਸ਼ਹਿਰ ਦਾ ਨਾਮ ਜਿਹੜਾ ਉਹ ਆਨੰਦਪੁਰ ਸਾਹਿਬ ਰੱਖਿਆ। ਤੇ ਉੱਥੇ ਜਾ ਕੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕਹਿੰਦਾ ਕਿ ਪਿਤਾ ਜੀ ਦੇ ਦੇਹਰੇ ਤੇ ਜਾ ਕੇ ਉਹਨਾਂ ਨੇ ਨਮਸਕਾਰ ਕੀਤੀ। ਉਸ ਤੋਂ ਬਾਅਦ ਇਹ ਸਾਖੀਆਂ ਛੋਟੀਆਂ ਜਿਹੜੀਆਂ ਕਿ ਇਤਿਹਾਸਕ ਪੱਖੋਂ ਸਤਿਗੁਰੂ ਜੀ ਦੇ ਜੀਵਨ ਦੇ ਨਾਲ ਸਿੱਧੇ ਤੌਰ ਤੇ ਸੰਬੰਧਿਤ ਨਹੀਂ ਹਨ, ਉਹ ਬੜੀਆਂ ਸਾਖੀਆਂ ਲਿਖਦਾ, ਜਿਨ੍ਹਾਂ ਦਾ ਮੈਂ ਸਿਰਫ ਜ਼ਿਕਰ ਹੀ ਨਾਮ ਹੀ ਲਵਾਂਗਾ, ਥੋੜਾ ਜ਼ਿਕਰ ਕਰਾਂਗਾ, ਕਿਉਂਕਿ ਜਿਸ ਪੱਖ ਨਾਲ ਅਸੀਂ ਇਹਦੀ ਸਟੱਡੀ ਕਰ ਰਹੇ ਹਾਂ, ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਕੀ ਲਿਖਿਆ ਗਿਆ, ਉਹਦੇ ਨਾਲ ਇਹਦੀ ਕੋਈ ਮਹੱਤਤਾ ਨਹੀਂ ਹੈ। ਪਹਿਲਾਂ ਸਤਿਗੁਰੂ ਜੀ ਦੇ ਬਚਨ ਕਰਨ ਦਾ ਜਿਹੜਾ ਸਟਾਈਲ ਹੈ, ਉਹਦੀ ਮਹਿਮਾ ਦੀ ਸਾਖੀ ਲਿਖੀ ਹੈ। ਫਿਰ ਭਾਈ ਨੰਦ ਲਾਲ ਜੀ ਦੇ ਉਹਨਾਂ ਦੇ ਦਰਸ਼ਨਾਂ ਨੂੰ ਆਉਣ ਦੀ ਸਾਖੀ ਲਿਖੀ ਹੈ। ਇਹਦੇ 'ਚ ਵੀ ਬਾਕੀਆਂ ਨਾਲੋਂ ਬਿਲਕੁਲ ਫਰਕ ਲਿਖਿਆ ਗਿਆ ਕਿ ਉਹ ਪਹਿਲਾਂ ਵੈਸ਼ਨਵ ਧਰਮ ਨੂੰ ਮੰਨਣ ਵਾਲੇ ਪਰਿਵਾਰ ਵਿੱਚੋਂ ਸਨ, ਜਦਕਿ ਅਸੀਂ ਪੜ੍ਹਦੇ ਹਾਂ ਕਿ ਉਹ ਇੱਕ ਸਹਿਜਧਾਰੀ ਪਰਿਵਾਰ ਵਿੱਚੋਂ ਸਨ, ਗੁਰਸਿੱਖ ਪਰਿਵਾਰ ਦੇ ਵਿੱਚੋਂ ਸਨ। ਫਿਰ ਭਾਈ ਨੰਦ ਲਾਲ ਜੀ ਦੀ ਜਿਹੜੀ ਕਵਿਤਾ ਇੱਕ ਅਸੀਂ ਅਕਸਰ ਸੁਣਦੇ ਹਾਂ ਵਿਚਾਰਵਾਲਾਂ ਕੋਲੋਂ ਸਾਖੀ, ਕਿ ਉਹਨਾਂ ਨੇ ਇੱਕ ਲਿਖੀ ਕਵਿਤਾ ਬੜੀ ਵੱਡੀ ਪੰਜਾਬੀ ਦੀ, ਜਿਹਦਾ ਨਾਮ ਲਿਖਿਆ ਬੰਦਗੀ ਨਾਮਾ, ਤੇ ਸਤਿਗੁਰੂ ਜੀ ਨੇ ਉਹਦਾ ਨਾਮ ਕੱਟ ਕੇ ਕਰ ਦਿੱਤਾ ਜ਼ਿੰਦਗੀ ਨਾਮਾ। ਉਹ ਇਸ ਪੁਸਤਕ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਆਈ ਹੋਣੀ। ਉਸ ਤੋਂ ਬਾਅਦ ਇੱਕ ਸਾਖੀ ਇਹਨੇ ਲਿਖ ਦਿੱਤੀ ਹੈ, ਅਸੀਂ ਸੁਣੀਆਂ ਵੀ ਕਈਆਂ ਕਥਾਕਾਰਾਂ ਕੋਲੋਂ। ਉਹ ਦਰਅਸਲ ਸ਼ਲੋਕ ਹੈ, ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ। ਹੁਣ ਮੂਲਿਆ ਦੇ ਅਰਥ ਹੈ ਕੀ ਹਨ ਤੇ ਕੀ ਬਣਾ ਦਿੱਤੇ, ਮੂਲੇ ਦੇ ਨਾਂ ਦੇ ਉੱਤੇ ਪੂਰੀ ਸਾਖੀ ਬਣਾ ਦਿੱਤੀ ਹੈ, ਤੇ ਉਹਦੇ 'ਚ ਪੂਰੀ ਕਰਾਮਾਤ ਵੀ ਉਹਨਾਂ ਨੇ ਦਿਖਾ ਦਿੱਤੀ ਹੈ। ਫਿਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੇ ਵਿੱਚ ਨਕਲੀ ਆ ਕੇ ਸਿੱਖਾਂ ਦੀ ਨਕਲ ਕਰਕੇ ਦਿਖਾਉਂਦੇ ਹਨ। ਫਿਰ ਲੰਗਰਾਂ ਦੀ ਪ੍ਰੀਖਿਆ ਦੀ ਸਾਖੀ ਹੈ, ਜਿਹਦੇ 'ਚ ਭਾਈ ਨੰਦ ਲਾਲ ਸਾਹਿਬ ਦਾ ਲੰਗਰ ਜਿਹੜਾ ਹੈ ਉਹ ਆਉਂਦਾ। ਫਿਰ ਹੋਲੀ ਦੀ ਸਾਖੀ ਲਿਖਦਾ ਹੈ, ਜਿਹੜੀ ਕਿ ਇਹਨੇ ਬੜੇ ਅਜੀਬ ਢੰਗ ਨਾਲ ਲਿਖੀ ਹੈ ਕਿ ਸਤਿਗੁਰੂ ਜੀ ਹੋਲੀ ਖੇਲਣ ਦੇ ਬੜੇ ਸ਼ੌਕੀਨ ਸਨ, ਤੇ ਹੋਲੀ ਖੇਲਣ ਲੱਗਿਆ ਉਹ ਲਾਲ ਰੰਗ ਦੇ ਕੱਪੜੇ ਪਾ ਕੇ ਹੋਲੀ ਸਿੱਖਾਂ ਦੇ ਨਾਲ ਖੇਲਦੇ ਸਨ। ਮਤਲਬ ਜਿਸ ਢੰਗ ਨਾਲ ਇਹਨੇ ਡਿਸਕ੍ਰਾਈਬ ਕੀਤਾ, ਜਿਵੇਂ ਕਿ ਕ੍ਰਿਸ਼ਨ ਜੀ ਦੀ ਹੋਲੀ ਬ੍ਰਿਜ ਦੇ ਵਿੱਚ ਖੇਲਣ ਦਾ ਜੋ ਜ਼ਿਕਰ ਉਹਨਾਂ ਦਾ ਭਗਤੀ ਲਿਟਰੇਚਰ ਕਰਦਾ, ਤਕਰੀਬਨ ਉਸੇ ਅਦਾਵਾਂ ਦੇ ਵਿੱਚ ਹੀ ਇਹਨੇ ਲਿਖੀ ਹੈ, ਉਸੇ ਸਟਾਈਲ 'ਚ ਲਿਖੀ ਹੈ। ਜੋ ਅਸੀਂ ਅਕਸਰ ਪੜ੍ਹਦੇ ਹਾਂ ਸੁਣਦੇ ਹਾਂ, ਹੋਲੀ ਦਾ ਹੋਲਾ ਮਹੱਲਾ, ਇਹ ਸਤਿਗੁਰੂ ਜੀ ਨੇ ਬਣਾਇਆ, ਤੇ ਉਹ ਜੰਗੀ ਮਸ਼ਕਾਂ ਵਾਲੀ ਗੱਲ ਤੇ ਉਹ ਸਾਰਾ ਕੁਝ ਇਹਦੇ 'ਚ ਕੁਝ ਵੀ ਨਹੀਂ। ਸਿਰਫ ਸਤਿਗੁਰੂ ਜੀ ਦਾ ਇਹ ਲਿਖਿਆ ਕਿ ਉਹਨਾਂ ਨੂੰ ਹੋਲੀ ਖੇਲਣੀ ਬੜੀ ਚੰਗੀ ਲੱਗਦੀ ਸੀ, ਤੇ ਲਾਲ ਕੱਪੜੇ ਪਾ ਕੇ ਹੋਲੀ ਖੇਲਦੇ ਸਨ। ਨਟਸ਼ੈਲ ਉਹਦੇ 'ਚ ਕੇਵਲ ਇਹੀ ਹੈ। ਫਿਰ ਮਸੰਦਾਂ ਦਾ ਜਿਹੜਾ ਸਿਸਟਮ ਸਤਿਗੁਰੂ ਜੀ ਨੇ ਬੰਦ ਕੀਤਾ, ਉਹਦੀ ਬੈਕਗ੍ਰਾਉਂਡ ਇਹਨੇ ਦਿੱਤੀ ਹੈ।
ਕੋਈ ਇੱਕ ਚੇਤੋ ਮਸੰਦ ਲਿਖਿਆ ਨੇ, ਉਹਨੇ ਕੋਈ ਚੀਜ਼ ਵਿੱਚੋਂ ਅਮਾਨਤ ਰੱਖ ਲਈ ਜਿਹੜੀ ਗੁਰੂ ਘਰ ਪਹੁੰਚਾਣੀ ਸੀ, ਕੋਈ ਚੂੜਾ, ਜੜਾਊ ਚੂੜਾ, ਉਹਦੇ ਘਰੋਂ ਕਢਾਇਆ ਤੇ ਫਿਰ ਇੱਕ ਕੜਾਹੇ ਦੇ ਵਿੱਚ ਗੁੜ ਤੇ ਪਾਣੀ ਮਿਲਾ ਕੇ ਉਬਾਲ ਕੇ ਤੇ ਉਹਦੇ ਨਾਲ ਚੇਤੋ ਨੂੰ ਨਵਾਇਆ, ਜਿਹਦੇ ਨਾਲ ਉਹ ਮਰ ਗਿਆ। ਬਾਕੀ ਭੱਜ ਗਏ, ਉਹਨਾਂ ਨੂੰ ਗੁਰੂ ਸਾਹਿਬ ਨੇ ਮੰਗਾਇਆ, ਬਣਵਾ ਕੇ ਤੇ ਇੱਕ ਇੱਕ ਚੀਜ਼ ਦਾ ਉਹਨਾਂ ਦੇ ਕੋਲੋਂ ਹਿਸਾਬ ਲਿਆ। ਇਹਦੇ ਕਹਿਣ ਦੇ ਮੁਤਾਬਕ ਇਹ ਮੋਟੇ ਤੌਰ ਤੇ ਸਾਖੀ ਹੈ। ਅਸੀਂ ਇਹ ਸੁਣਦੇ ਹਾਂ ਕਿ ਗੁਰੂ ਸਾਹਿਬ ਨੇ ਮਸੰਦਾਂ ਨੂੰ ਸਾੜ ਦਿੱਤਾ ਸੀ ਜਾਂ ਮਸੰਦਾਂ ਨੂੰ ਕੜਾਹਿਆਂ 'ਚ ਪਾ ਦਿੱਤਾ ਸੀ। ਉਹ ਸ਼ਾਇਦ ਇਸੇ ਸਾਖੀ ਤੋਂ ਹੀ ਗੱਲ ਜੋ ਇਹਨੇ ਲੇਖਕ ਨੇ ਲਿਖਿਆ, ਉਹਦੇ ਤੋਂ ਹੀ ਇਹ ਗੱਲਾਂ ਸ਼ੁਰੂ ਹੋਈਆਂ ਹੋਣਗੀਆਂ। ਇਹ ਜ਼ਰੂਰ ਹੈ ਕਿ ਸਤਿਗੁਰੂ ਜੀ ਨੇ ਮਸੰਦਾਂ ਦਾ ਸਿਸਟਮ ਉਸ ਤੋਂ ਬਾਅਦ ਬੰਦ ਕਰ ਦਿੱਤਾ ਸੀ ਜਦੋਂ ਉਹਨਾਂ ਨੂੰ ਸ਼ਿਕਾਇਤਾਂ ਪਹੁੰਚੀਆਂ ਸੀ। ਪਰ ਹੁਣ ਇਹ ਜਿਵੇਂ ਇਹਨੇ ਲਿਖਿਆ ਹੈ ਤਾਂ ਜਾਪਦਾ ਹੈ ਕਿ ਬੜੀ ਐਗਜ਼ੈਜਰੇਸ਼ਨ ਕਰਕੇ ਇਹਨੇ ਲਿਖਿਆ ਲੱਗਦਾ। ਫਿਰ ਉਸ ਤੋਂ ਬਾਅਦ ਕੁਝ ਗੁਰਸਿੱਖਾਂ ਨੇ ਮਨ ਦੀ ਇੱਛਾ ਪ੍ਰਗਟ ਕੀਤੀ ਕਿ ਸਤਿਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸੋਨੇ ਦੇ ਬੰਗਲੇ 'ਚ ਰਹੋ। ਤੇ ਗੁਰੂ ਸਾਹਿਬ ਨੇ ਕਿਹਾ, ਹਾਂਜੀ ਬਿਲਕੁਲ ਸੋਨੇ ਦਾ ਬੰਗਲਾ ਬਣਾਓ। ਤਾਂ ਉਹ ਕਹਿੰਦੇ ਨੇ ਕਿ ਬੜਾ ਹੀ ਉਸ ਵੇਲੇ ਸੋਨਾ ਇਕੱਠਾ ਹੋ ਗਿਆ, ਪਰ ਗੁਰੂ ਸਾਹਿਬ ਨੇ ਬੰਗਲਾ ਨਹੀਂ ਬਣਵਾਇਆ, ਸੋਨਾ ਇਕੱਠਾ ਕਰਕੇ ਰੱਖ ਲਿਆ। ਇੱਥੇ ਇੱਕ ਬੜੀ ਅਜੀਬ ਗੱਲ ਹੈ ਕਿ ਉਹ ਲਿਖਦਾ ਹੈ ਕਿ ਸੋਨੇ ਦੇ 1 ਤੋਲੇ ਦਾ ਭਾਅ ਉਦੋਂ 21 ਰੁਪਏ ਸੀ ਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਹਰ ਸਿੱਖ 1 ਤੋਲਾ ਸੋਨਾ ਦੇਵੇ, ਤੇ ਜਾਂ ਜਿਹਦੇ ਕੋਲ ਨਹੀਂ ਸੋਨਾ ਦੇ ਸਕਦਾ ਉਹ 21 ਰੁਪਏ ਦੇ। ਤੇ ਗਿਆਨੀ ਸੋਹਣ ਸਿੰਘ ਸੀਤਲ ਨੇ ਇੱਥੇ ਇੱਕ ਬੜੀ ਇੰਟਰਸਟਿੰਗ ਆਬਜ਼ਰਵੇਸ਼ਨ ਦਿੱਤੀ ਹੈ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਉਹ ਕਹਿੰਦੇ ਨੇ ਕਿ 21 ਰੁਪਏ ਦਾ ਤੋਲਾ ਜਿਹੜਾ ਸੀ ਸੋਨੇ ਦਾ ਭਾਅ, ਇਹ 1920-30 ਦੇ ਲਗਭਗ ਸੀ। ਇਹ ਪਤਾ ਨਹੀਂ ਲੇਖਕ ਨੂੰ ਉਹ 1700 ਕਿੰਨੇ ਦੇ ਵਿੱਚ ਇਹਨੂੰ ਪਤਾ ਲੱਗ ਗਿਆ ਕਿ ਵੀ ਇਹ 21 ਰੁਪਏ ਭਾਅ ਵੀ ਹੋ ਜਾਣਾ ਇਹਦਾ ਜਾਂ ਕਿਸ ਤਰ੍ਹਾਂ ਹੋਣਾ, ਇਹ ਪਤਾ ਨਹੀਂ ਕਿਵੇਂ ਹੋ ਗਿਆ ਕਹਿੰਦੇ। ਤਾਂ ਖੈਰ ਗੁਰੂ ਜੀ ਨੇ ਸੋਨਾ ਬੜਾ ਇਕੱਠਾ ਕਰ ਲਿਆ ਪਰ ਬੰਗਲਾ ਨਾ ਬਣਵਾਇਆ। ਫਿਰ ਇੱਕ ਸਾਖੀ ਲਿਖਦਾ ਹੈ ਕਿ ਬਹਾਦਰ ਸ਼ਾਹ ਇਹਨਾਂ ਦਾ ਬੜਾ ਸ਼ਰਧਾਲੂ ਸੀ ਤੇ ਤੋਹਫੇ ਭੇਜਦਾ ਰਹਿੰਦਾ ਸੀ। ਫਿਰ ਸਿੱਖਾਂ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਤੁਸੀਂ ਸ਼ਸਤਰ ਪਹਿਨ ਕੇ ਆਇਆ ਕਰੋ। ਕਹਿਣ ਤੋਂ ਭਾਵ ਕਿ ਇਹ ਸਾਰੀਆਂ ਸਾਖੀਆਂ ਜਿੰਨਿਆਂ ਦਾ ਮੈਂ ਆਪ ਜੀ ਦੇ ਨਾਲ ਜ਼ਿਕਰ ਕਰ ਰਿਹਾ, ਇਹਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੀਆਂ ਜੋ ਸਿਗਨੀਫੀਕੈਂਟ ਘਟਨਾਵਾਂ ਸਨ, ਜੋ ਉਹਨਾਂ ਦੇ ਜੰਗ ਯੁੱਧ ਹੋਏ, ਜੋ ਸਿੱਖਾਂ ਨੂੰ ਉਹਨਾਂ ਨੇ ਜੰਗੀ ਮਸ਼ਕਾਂ ਕਰਵਾਉਣੀਆਂ, ਸਿਖਲਾਈ ਦੇਣੀ ਸ਼ੁਰੂ ਕੀਤੀ, ਪਾਉਂਟਾ ਸਾਹਿਬ ਜਾਣਾ, ਉੱਥੇ ਵਸਾਉਣਾ, ਉਹ ਸਾਰੀਆਂ ਚੀਜ਼ਾਂ ਇਹਨੇ ਬਿਲਕੁਲ ਇਸ ਕਥਾ ਦੇ ਵਿੱਚੋਂ ਇਹਨਾਂ ਦਾ ਮੈਂਸ਼ਨ ਵੀ ਨਹੀਂ ਕੀਤਾ। ਹੁਣ ਉਹ ਸਿੱਧਾ ਪਹੁੰਚ ਜਾਂਦਾ ਖਾਲਸਾ ਸਾਜਨ ਦੀ ਸਾਖੀ ਤੇ ਹੈਡਿੰਗ ਦਿੰਦਾ ਹੈ ਸਾਖੀ ਖਾਲਸਾ ਸਾਜਨ ਦੀ ਕੀ ਤੇ ਚੰਡੀ ਪ੍ਰਗਟ ਕਰਨ ਦੀ। ਤੋ ਇੱਥੇ ਫਿਰ ਉਹੀ ਸਾਖੀ ਜੋ ਆਪਾਂ ਅੱਗੇ ਇੱਕ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਨੂੰ ਚੰਡੀ ਦਾ ਭਗਤ ਦਰਸਾਇਆ ਤੇ ਗੁਰੂ ਜੀ ਨੇ ਕਿਹਾ ਕਿ ਵੀ ਹੁਣ ਸਮਾਂ ਔਖਾ ਆ ਰਿਹਾ ਤੇ ਗੁਰੂ ਸਾਹਿਬ ਦੇ ਮੂੰਹੋਂ ਇਹ ਖਵਾਉਂਦਾ ਕਿ ਭਾਈ ਸਹਾਏ ਜੁੱਧ ਜਿਸ ਤਿਸ ਜੀਤਾ ਚੰਡੀ ਮਾਤਾ ਕੀ ਪ੍ਰਤੀਤਾ, ਵੀ ਜਿਹੜਾ ਚੰਡੀ ਮਾਤਾ ਦੇ ਪ੍ਰਤੀਤ ਵਾਲਾ ਹੋਏਗਾ ਉਹੀ ਯੁੱਧ ਜਿੱਤ ਸਕਦਾ। ਤਾਂ ਫਿਰ ਕਹਿੰਦਾ ਹੈ ਕਿ ਇਹ ਜਿਹੜਾ ਆਪਣਾ ਪਿੱਛੇ ਵੀ ਜਿਵੇਂ ਜ਼ਿਕਰ ਕੀਤਾ ਤੁਹਾਨੂੰ ਵੀ, ਜਿਵੇਂ ਅਸਾਮ ਫਤਿਹ ਕਰਨ ਲੱਗਿਆ ਵੀ ਉੱਥੇ ਕ੍ਰੈਡਿਟ ਸਾਰਾ ਕਾਮਾਖਿਆ ਦੇਵੀ ਨੂੰ ਦਿੰਦਾ ਤੇ ਹੁਣ ਖਾਲਸਾ ਸਾਜਨ ਦਾ ਪੂਰੇ ਦਾ ਪੂਰਾ ਕ੍ਰੈਡਿਟ ਜਿਹੜਾ ਚੰਡੀ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ। ਫਿਰ ਇੱਥੇ ਇੱਕ ਹੋਰ ਬੜਾ ਕਵੀ ਜੀ ਨੇ ਬੜੀ ਇੰਟਰਸਟਿੰਗ ਚੀਜ਼ ਲਿਖੀ ਹੈ ਜਿਹੜੀ ਕਿ ਸਾਨੂੰ ਪੜ੍ਹ ਸੁਣ ਲੈਣੀ ਚਾਹੀਦੀ ਹੈ। ਉਹ ਕਹਿੰਦਾ ਹੈ ਕਿ ਉਸ ਵੇਲੇ ਸਤਿਗੁਰੂ ਜੀ ਨੇ ਜੋ ਕੁਝ ਵੀ ਕੀਤਾ, ਕਵੀ ਲਿਖਦਾ ਹੈ ਕਿ ਸਤਿਗੁਰੂ ਜੀ ਨੇ ਅਥਰਵਨ ਦਾ ਧਰਮ ਜਿਹੜਾ ਦੁਬਾਰਾ ਐਸਟੈਬਲਿਸ਼ ਕੀਤਾ। ਹੁਣ ਅਥਰਵਨ ਵੇਦ ਜਿਹੜਾ ਕਰਮ ਕਾਂਡਾਂ ਦੇ ਬਾਰੇ ਤੇ ਇਹਨਾਂ ਚੀਜ਼ਾਂ ਦੇ ਬਾਰੇ ਕਾਫੀ ਹੈਗਾ ਤੇ ਭਾਈ ਗੁਰਦਾਸ ਨੇ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲਿਖ ਦਿੱਤਾ ਹੈ ਕਿ ਗੁਰੂ ਸਾਹਿਬ ਨੇ ਸਾਡੇ ਸਿਰ ਤੋਂ ਅਥਰਵਨ ਦਾ ਭਾਰ ਲਾ ਦਿੱਤਾ। ਤੇ ਇੱਥੇ ਬਿਲਕੁਲ ਉਹਦੇ ਆਪੋਜ਼ਿਟ ਉਪਦੇਸ਼ ਦੇ ਰਿਹਾ। ਇਹ ਲਿਖਦਾ ਹੈ ਸਤਿਗੁਰ ਹੋਮ ਧਰਮ ਹਿਤ ਕਰਾ, ਦੇਵ ਨ ਜਾਣਾ ਕਲ ਕੀ ਮਤ ਧਰਾ, ਅਥਰਵਨ ਕਾ ਵਰਤਾਰਾ ਕਰੇ, ਬਿਨ ਵੇਦ ਅਥਰਵਨ ਕਲੂ ਨ ਤਰੇ, ਸਤਿਗੁਰ ਕਲ ਕੀ ਧਰਮ ਪ੍ਰਕਾਸ਼ਨ, ਕਰੇ ਪੰਥ ਅਥਰਵਨ ਮਤ ਕੇ ਪ੍ਰਗਾਸ਼ਨ। ਤਾਂ ਉਹ ਕਹਿ ਰਿਹਾ ਹੈ ਕਿ ਜੋ ਹੁਣ ਗੁਰੂ ਸਾਹਿਬ ਕਰ ਰਹੇ ਨੇ ਦਰਅਸਲ ਅਥਰਵਨ ਵੇਦ ਦੇ ਸਹਾਰਾ ਲੈ ਕੇ, ਉਹਦੀ ਓਟ ਲੈ ਕੇ ਹੀ ਸਤਿਗੁਰੂ ਜੀ ਹੁਣ ਜੋ ਕੁਝ ਕਰ ਰਹੇ ਨੇ ਉਹ ਕਰਨਗੇ। ਖੈਰ ਇਹਨੇ ਚੰਡੀ ਦੇ ਪ੍ਰਗਟ ਹੋਣ ਦੀ ਕਥਾ ਜਿਹੜੀ ਆ ਉਹ ਕਾਫੀ ਛੋਟੀ ਦਿੱਤੀ ਹੈ। ਪਹਿਲਾਂ ਵਾਂਗੂ ਜਿਵੇਂ ਆਪਾਂ ਪੜਿਆ ਸੀ 3 ਸਾਲ ਪੂਜਾ ਹੁੰਦੀ ਰਹੀ ਤੇ ਸਾਰਾ ਕੁਝ ਹੁੰਦਾ ਰਿਹਾ।
ਹਾਂ, ਦੱਸਿਆ ਇਹਨੇ ਵੀ ਹੈ ਕਿ ਪਹਾੜ ਦੀ ਚੋਟੀ ਦੇ ਉੱਤੇ ਜਾ ਕੇ ਉਹਨਾਂ ਨੇ ਕੀਤੀ, ਹਾਲਾਂਕਿ ਨੈਣਾ ਦੇਵੀ ਦਾ ਨਾਮ ਇਹਨੇ ਨਹੀਂ ਲਿਖਿਆ। ਤੋ ਇਹ ਲਿਖਦਾ ਹੈ ਕਿ ਉੱਥੇ ਦੇਵੀ ਪ੍ਰਗਟ ਹੋਈ ਤੇ ਫਿਰ ਉੱਥੇ ਜਿਹੜਾ ਹੈਗਾ ਕਹਿੰਦਾ ਖੰਡਾ ਕੁੰਡ ਮਾਏ ਧਰਾ ਮਾਤਾ, ਜਿਹੜਾ ਹਵਨ ਕੁੰਡ ਸੀ ਉਹਦੇ ਵਿੱਚ ਦੇਵੀ ਨੇ ਆ ਕੇ ਆਪਣਾ ਖੰਡਾ ਰੱਖ ਦਿੱਤਾ। ਸੋ ਤੋ ਜਾਣਤ ਹੈ ਸਭ ਗਿਆਤਾ, ਖੜਗ ਜਗ ਕਾ ਪ੍ਰਗਟ ਪ੍ਰਤਾਪ, ਮਾਤ ਦਿਆ ਲਿਆ ਪ੍ਰਭ ਆਪ। ਮਾਤਾ ਨੇ ਖੰਡਾ ਦਿੱਤਾ ਤੇ ਪ੍ਰਭੂ ਨੇ ਭਾਵ ਗੁਰੂ ਨੇ ਉਹ ਖੰਡਾ ਪ੍ਰਾਪਤ ਕਰ ਲਿਆ। ਤੇ ਇੱਥੇ ਇਹਨੇ ਇੱਕ ਨਵੀਂ ਚੀਜ਼ ਲਿਖੀ ਹੈ ਕਿ ਖੰਡੇ ਦਾ ਹੀ ਨਾਮ ਸ੍ਰੀ ਸਾਹਿਬ ਹੈ, ਇਹ ਇਹਨੇ ਵਿੱਚ ਇੱਕ ਥਾਂ ਦੇ ਉੱਤੇ ਲਿਖਿਆ। ਤੇ ਫਿਰ ਅੱਗੇ ਜਦੋਂ ਸਤਿਗੁਰੂ ਜੀ ਦੇ ਅੰਮ੍ਰਿਤ ਛਕਾਉਣ ਦੀ ਕਥਾ ਜਿਹੜੀ ਹੈਗੀ ਆ ਉਹ ਲਿਖਦਾ ਹੈ, ਉਹਦੀ ਵੀ ਇਹਨੇ ਸਾਰੀ ਵਿਧੀ ਬਦਲ ਦਿੱਤੀ ਹੋਈ ਆ, ਬਿਲਕੁਲ ਅਜੀਬੋ ਗਰੀਬ ਢੰਗ ਨਾਲ ਲਿਖੀ ਹੈ। ਉਹ ਕਹਿੰਦਾ ਹੈ ਕਿ ਸਤਿਗੁਰੂ ਜੀ ਨੇ ਇੱਕ ਤਸ਼ਟਾ ਚਮਚਾ ਲੋਹ ਮੰਗਾਇਆ, ਤਸ਼ਟਾ ਭਾਵ ਉਹ ਪਾਣੀ ਵੀ ਰੱਖਣ ਵਾਲਾ ਬਰਤਨ, ਤਾਮੋ ਖੰਡੇ ਇਸ਼ਨਾਨ ਕਰਾਇਆ। ਤਾਂ ਉਸ ਪਾਣੀ ਦੇ ਵਿੱਚ ਖੰਡੇ ਦਾ ਇਸ਼ਨਾਨ ਕਰਾਇਆ ਤਾਂ ਖੰਡੇ ਕੀ ਪਾਹੁਲ ਪਈ ਤਿਆਰ, ਉਹਦੇ ਨਾਲ ਖੰਡੇ ਦੀ ਪਾਹੁਲ ਤਿਆਰ ਹੋ ਗਈ। ਕਹਿੰਦਾ ਤਬ ਸਿੱਖ ਮੁਖੀ ਹੈ ਪ੍ਰਭ ਲੀਐ ਹਕਾਰ। ਤਾਂ ਉਸ ਤੋਂ ਬਾਅਦ ਉਹੀ ਜਿਹੜਾ ਸਤਿਗੁਰੂ ਨੇ ਔਰ ਸਿੱਖਾਂ ਨੇ ਸਭ ਨੇ ਉਹ ਅੰਮ੍ਰਿਤ ਛਕਿਆ, ਜਿਹੜਾ ਉਸ ਪਾਣੀ ਦੇ ਵਿੱਚੋਂ ਖੰਡੇ ਨੂੰ ਧੋਣ ਨਾਲ ਅੰਮ੍ਰਿਤ ਤਿਆਰ ਹੋਇਆ, ਉਹ ਜਿਹੜੀ ਪਾਹੁਲ ਤਿਆਰ ਹੋ ਗਈ। ਉਹਨੇ ਖੰਡੇ ਦੇ ਇਸ਼ਨਾਨ ਨਾਲ ਹੀ ਕਹਿੰਦਾ ਪਾਹੁਲ ਤਿਆਰ ਹੋ ਗਈ, ਬਾਣੀਆਂ ਦਾ ਕੋਈ ਜ਼ਿਕਰ ਨਹੀਂ। ਹੁਣ ਇੱਥੇ ਇੱਕ ਪਾਸੇ ਪਹਿਲਾਂ ਤੇ ਇਹ ਸਾਰਾ ਉਹਨੇ ਜੋ ਪ੍ਰੋਸੈਸ ਉਹਨੇ ਬਿਲਕੁਲ ਬਦਲ ਕੇ ਆਪਣੀ ਮਰਜ਼ੀ ਨਾਲ ਕਰਪਟ ਕਰਕੇ ਸਾਡੇ ਸਾਹਮਣੇ ਰੱਖ ਦਿੱਤਾ ਹੈ, ਪਰ ਫਿਰ ਇਹਦੇ ਨਾਲ ਵੀ ਉਹਦੀ ਤਸੱਲੀ ਨਹੀਂ ਹੋਈ। ਅੱਗੇ ਫਿਰ ਇੱਕ ਹੋਰ ਪੈਰਾ ਅੱਗੇ ਲਿਖ ਦਿੰਦਾ ਹੈ, ਉੱਥੇ ਕਮਾਲ ਹੀ ਕਰ ਦਿੰਦਾ ਹੈ ਕਿ ਕਹਿੰਦਾ ਕਿ ਨਿਜ ਚਰਨ ਪਖਾਲ ਗਾਗਰੇ ਧਰਾ, ਕਰ ਬੰਦ ਲਖੌਟਾ ਮੋਰ ਮੁਖ ਕਰਾ, ਸਤ ਰੁਦਰ ਮਾਂ ਅਮਾਨ ਧਰਾਇਆ, ਖੰਡੇ ਕੀ ਪਾਹਲ ਹੁਕਮ ਫਰਮਾਇਆ। ਵੀ ਸਤਿਗੁਰੂ ਜੀ ਨੇ ਉਹ ਬਰਤਨ ਦੇ ਵਿੱਚ ਆਪਣੀ ਚਰਨ ਪਾਹੁਲ ਰੱਖੀ ਤੇ ਉਸੇ ਨੂੰ ਹੀ ਉਹਨਾਂ ਨੇ ਕਹਿ ਦਿੱਤਾ ਕਿ ਇਹ ਖੰਡੇ ਦੀ ਪਾਹੁਲ ਹੈ। ਪਹਿਲਾਂ ਉਹ ਕਹਿੰਦਾ ਹੈ ਕਿ ਖੰਡੇ ਨੂੰ ਪਾਣੀ ਦੇ ਵਿੱਚ ਇਸ਼ਨਾਨ ਕਰਾਉਣ ਨਾਲ ਪਾਹੁਲ ਤਿਆਰ ਹੋ ਗਈ, ਤੇ ਹੁਣ ਉਹ ਚਰਨ ਪਾਹੁਲ ਦੀ ਗੱਲ ਕਰ ਰਹੇ ਆ। ਕਹਿਣ ਤੋਂ ਭਾਵ ਇਹ ਕਿ ਉਹ ਪੂਰੀ ਤਰ੍ਹਾਂ ਇਸ ਪ੍ਰੋਸੈਸ ਨੂੰ ਅਸੀਂ ਕਹੀਏ ਕਿ ਰਨ ਡਾਊਨ ਜਿਵੇਂ ਕਰਨਾ ਹੁੰਦਾ ਹੈ, ਕਿ ਕਿਸੇ ਤਰੀਕੇ ਨਾਲ ਇਹਨੂੰ ਐਸਾ ਉਹਨੇ ਅਕਾਊਂਟ ਦਿੱਤਾ ਹੈ ਜਿਹਦੇ ਚੋਂ ਸਾਨੂੰ ਇਹ ਨਿਰਣਾ ਕਰਨਾ ਮੁਸ਼ਕਲ ਹੋ ਜਾਏ ਤੇ ਭੁਲੇਖੇ ਹੀ ਭੁਲੇਖੇ ਸਾਨੂੰ ਜਿਹੜੇ ਨੇ ਉਹ ਪੈ ਜਾਣ। ਤਾਂ ਫਿਰ ਅੱਗੇ ਲਿਖਦਾ ਹੈ ਕਿ ਜਦੋਂ ਇਹ ਪਾਹੁਲ ਤਿਆਰ ਹੋ ਗਈ ਤਾਂ ਇਹ ਕਹਿੰਦਾ ਕਿ ਮਾਤਾ ਨਾਨਕੀ ਜੀ ਆ ਗਏ ਤੇ ਉਹ ਕਹਿਣ ਲੱਗੇ ਕਿ ਬਈ ਇਹਦਾ ਤਾਂ ਤੇਜ ਬਹੁਤ ਹੈ। ਹੁਣ ਇੱਥੇ ਇੱਕ ਹੋਰ ਬੜੀ ਵੱਡੀ ਭੁੱਲ ਕਰ ਦਿੰਦਾ ਹੈ ਕਿ ਮਾਤਾ ਨਾਨਕੀ ਜੀ 1745 ਬਿਕਰਮੀ ਦੇ ਵਿੱਚ ਉਹ ਸਮਾ ਗਏ ਸਨ, ਲੋਕ ਸਿਧਾਰ ਗਏ ਸਨ, ਤੇ ਇਹ ਅੰਮ੍ਰਿਤ ਤਿਆਰ ਹੋਇਆ 1756 ਚ, 11 ਸਾਲ ਬਾਅਦ ਉਸ ਤੋਂ। ਤਾਂ ਗੁਰੂ ਜੀ ਦੇ ਦਾਦੀ ਜੀ ਉਸ ਤੋਂ ਪਹਿਲਾਂ ਲੋਕ ਸਿਧਾਰ ਚੁੱਕੇ ਸਨ, ਸਮਾ ਚੁੱਕੇ ਸਨ, ਪਰ ਇਹ ਹੁਣ ਇੱਥੇ ਉਹਨਾਂ ਨੂੰ ਫਿਰ ਹਾਜ਼ਰ ਕਰ ਦਿੰਦਾ ਤੇ ਉਹਨਾਂ ਦੇ ਮੂੰਹ ਅਖਵਾਉਂਦਾ ਹੈ ਕਿ ਗੁਰੂ ਜੀ ਨੂੰ ਕਹਿੰਦੇ ਨੇ ਕਿ ਵੀ ਇਹਦਾ ਤਾਂ ਤੇਜ ਬਹੁਤ ਹੈ, ਇਹਨੂੰ ਤਾਂ ਕੋਈ ਸਹਾਰ ਹੀ ਨਹੀਂ ਸਕਦਾ। ਤਾਂ ਫਿਰ ਇਹ ਕਹਿੰਦਾ ਹੈ ਕਿ ਗੁਰੂ ਜੀ ਨੇ ਕਿਹਾ ਚਿੰਤਾ ਨਾ ਕਰੋ, ਪਹਿਲਾਂ ਇਹਦਾ ਤੇਜ ਮੈਂ ਆਪ ਛਕਾਂਗਾ ਫਿਰ ਕਿਸੇ ਨੂੰ ਦਿਆਂ। ਤਾਂ ਉੱਥੇ ਲਿਖਦਾ ਹੈ ਤਬ 5 ਚਮਚਾ ਤੇਜ ਭਰ ਪੀਆ, ਜਿਮ ਅਗਸਤ ਸਿੰਧ ਆਚਮਨ ਕੀਆ। ਪੁਰਾਣਿਕ ਕਥਾ ਹੈ ਕਿ ਅਗਸਤ ਰਿਸ਼ੀ ਨੇ ਸਮੁੰਦਰ ਪੀ ਲਿਆ ਸੀ, ਉਹਦੇ ਨਾਲ ਤੁਲਨਾ ਦੇ ਕੇ ਲਿਖਦਾ ਹੈ ਕਿ ਸਤਿਗੁਰਾਂ ਨੇ ਆਪ ਹੀ ਉਹਦੇ ਵਿੱਚੋਂ 5 ਚਮਚ ਜਿਹੜਾ ਹੈਗਾ ਉਹ ਤੇਜ ਭਰਪੂਰ ਜਿਹੜਾ ਪਾਹੁਲ ਸੀ ਉਹ ਪੀ ਲਈ ਉਹਦੇ ਵਿੱਚ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਿੱਖਾਂ ਨੂੰ ਪਾਹੁਲ ਦੇ ਦਿੱਤੀ। ਹੁਣ ਇੱਥੇ ਫਿਰ ਇੱਕ ਹੋਰ ਤੁਸੀਂ ਦੇਖੋ ਕਿ ਪਹਿਲਾਂ ਤੇ ਅੰਮ੍ਰਿਤ ਦੀ ਤਿਆਰੀ ਦੇ ਵਿੱਚ ਇਹਨੇ ਆਪਣੇ ਵੱਲੋਂ ਬਿਲਕੁਲ ਨਵੇਂ ਹੀ ਗਪੌੜ ਛੱਡ ਛੱਡੇ ਹਨ, ਤੇ ਹੁਣ ਅੱਗੇ ਨਾ ਤਾਂ ਇਹ ਕਿਸੇ ਥਾਂ ਤੇ 5 ਪਿਆਰਿਆਂ ਦਾ ਨਾਮ ਲਿਖਦਾ, ਨਾ 5 ਪਿਆਰਿਆਂ ਨੂੰ ਪਹਿਲਾਂ ਅੰਮ੍ਰਿਤ ਛਕਾਉਣ ਦਾ ਜ਼ਿਕਰ ਕਰਦਾ, ਤੇ ਨਾ ਸਤਿਗੁਰੂ ਜੀ ਆਪ 5 ਪਿਆਰਿਆਂ ਕੋਲੋਂ ਅੰਮ੍ਰਿਤ ਦੀ ਮੰਗ ਕਰਕੇ ਛਕਦੇ ਹਨ, ਉਹਦਾ ਕੋਈ ਜ਼ਿਕਰ ਹੈ, ਤੇ ਨਾ ਹੀ ਇਹਨੇ ਜਿਹੜੀ ਸਤਿਗੁਰੂ ਜੀ ਨੇ ਸਾਨੂੰ ਰਹਿਤ ਬਖਸ਼ੀ ਉਹਦਾ ਕਿਤੇ ਕੋਈ ਜ਼ਿਕਰ ਨਹੀਂ। ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜਾ ਸਤਿਗੁਰੂ ਜੀ ਦਾ ਜਿਹੜਾ ਅਸੀਂ ਕਹੀਏ ਕਿ ਸਭ ਤੋਂ ਵੱਡਾ ਸਾਡੇ ਤੇ ਪਰਉਪਕਾਰ ਹੈ, ਉਹਨੂੰ ਇਹ ਇੰਨੇ ਡਿਸਟੋਰਟਡ ਔਰ ਕਰਪਟਡ ਤਰੀਕੇ ਦੇ ਨਾਲ ਇਸ ਕਵੀ ਨੇ ਦਿੱਤਾ ਕਿ ਪੜ੍ਹ ਕੇ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਵੀ ਇਹ ਕਹਿਣਾ ਕੀ ਚਾਹੁੰਦਾ ਹੈ। ਫਿਰ ਉਸ ਤੋਂ ਅੱਗੇ ਇੱਕ ਹੋਰ ਬੜੀ ਅਜੀਬ ਸਾਖੀ ਇਹਨੇ ਲਿਖੀ ਹੈ ਕਿ ਇੱਕ ਵਾਰ ਗੁਰੂ ਸਾਹਿਬ ਜਾ ਰਹੇ ਸਨ ਤੇ ਉਹਨਾਂ ਦੀ ਕਿਰਪਾਨ ਜਿਹੜੀ ਸੀ ਉਹ ਮਿਆਨ ਦੇ ਵਿੱਚੋਂ ਨਿਕਲ ਗਈ, ਤੇ ਭਾਈ ਦਇਆ ਸਿੰਘ ਕੋਲ ਸਨ ਉਹਨਾਂ ਦੇ ਬਿਲਕੁਲ,
ਉਹਦੇ ਬਾਰੇ ਉਹ ਲਿਖਦਾ ਵੀ, ਨਾਮ ਵੀ ਲਿਖਦਾ, ਭਾਈ ਦਇਆ ਸਿੰਘ ਸੋਪਤ ਉਹਨਾਂ ਦੀ ਜ਼ਾਤ ਦਾ, ਬਰਾਦਰੀ ਦਾ ਨਾਲ ਜ਼ਿਕਰ ਕਰਦਾ ਹੈ ਵੀ ਉਹ ਕੋਲ ਖੜੇ ਸਨ ਤੇ ਉਹਨਾਂ ਨੇ ਦੇਖਿਆ ਕਿ ਬਈ ਇਹਨਾਂ ਦੀ ਕਿਰਪਾਨ ਜਿਹੜੀ ਹੈ ਉਹ ਕੁਝ ਪ੍ਰੋਬਲਮ ਹੋ ਗਈ ਹੈ, ਉਹਦੇ ਮਿਆਨ ਦੇ ਵਿੱਚੋਂ ਨਿਕਲਣੀ ਸ਼ੁਰੂ ਹੋ ਗਈ ਹੈ ਤੇ ਇਹਨੂੰ ਹੁਣ ਕਿਸੇ ਚੀਜ਼ ਨਾਲ ਬੰਨਣ ਦੀ ਲੋੜ ਹੈ। ਤੇ ਜਿਹੜੀ ਇਹ ਗੱਲ ਲਿਖਦਾ ਉਹ ਸਾਨੂੰ ਬੜਾ ਹੈਰਾਨੀ ਚ ਪਾ ਦਿੰਦੀ ਹੈ ਕਿ ਉਹ ਕਿਰਪਾਨ ਨੂੰ ਮਿਆਨ ਦੇ ਨਾਲ ਬੰਨਣ ਲਈ ਦਇਆ ਸਿੰਘ ਸੋਪਤ ਜੀ ਨੇ ਆਪਣੇ ਗਲ ਦਾ ਜਨੇਊ ਲਾ ਕੇ ਤੇ ਉਹਦੇ ਧਾਗੇ ਨਾਲ ਬੰਨ, ਕਿਰਪਾਨ ਨੂੰ ਮਿਆਨ ਦੇ ਨਾਲ ਬੰਨ ਦਿੱਤਾ। ਜਿਵੇਂ ਕਿ ਭਾਈ ਦਇਆ ਸਿੰਘ ਜੀ ਇਹਦੇ ਕਹਿਣ ਦੇ ਮੁਤਾਬਕ ਜਨੇਊ ਧਾਰੀ ਸਨ ਉਸ ਤੋਂ ਬਾਅਦ, ਕਿਉਂਕਿ ਪੰਜਾਂ ਪਿਆਰਿਆਂ ਚੋਂ ਇਹੀ ਖੱਤਰੀ ਸਨ ਤੇ ਇਹੀ ਜਨੇਊ ਪਾ ਸਕਦੇ ਸਨ, ਤਾਂ ਉਹ ਉਹਨੇ ਸਾਨੂੰ ਦੱਸ ਦਿੱਤਾ। ਹਾਲਾਂਕਿ ਪੰਜਾਂ ਪਿਆਰਿਆਂ ਦੇ ਵਿੱਚ ਭਾਈ ਦਇਆ ਸਿੰਘ ਜੀ ਜਾਂ ਕਿਸੇ ਹੋਰ ਦਾ ਨਾਮ ਇਹਨੇ ਕਿਤੇ ਵੀ ਨਹੀਂ ਲਿਖਿਆ। ਫਿਰ ਉਸ ਤੋਂ ਬਾਅਦ ਸਿੱਖਾਂ ਨੇ ਦਇਆ ਸਿੰਘ ਨੂੰ ਕਿਹਾ ਕਿ ਭਾਈ ਹੁਣ ਤੂੰ ਆਪਣਾ ਜਨੇਊ ਦੁਬਾਰਾ ਧਾਰਨ ਕਰ, ਆਪਣੀ ਸਾਰੀ ਫਾਰਮੈਲਿਟੀਜ਼ ਪੂਰੀ ਕਰ। ਤਾਂ ਭਾਈ ਦਇਆ ਸਿੰਘ ਨੇ ਕਹਿੰਦੇ ਨੇ ਕਿ ਨਾ ਕਰ ਦਿੱਤੀ। ਤਾਂ ਇੱਥੇ ਲਿਖਦਾ ਹੈ ਕਿ ਸਿੱਖਾਂ ਨੇ ਇਸ ਗੱਲ ਦੀ ਸ਼ਿਕਾਇਤ ਲੈ ਕੇ ਦਸਮ ਪਾਤਸ਼ਾਹ ਕੋਲ ਗਏ ਕਿ ਭਾਈ ਦਇਆ ਸਿੰਘ ਨੇ ਆਪਣਾ ਜਨੇਊ ਲਾ ਕੇ ਤੁਹਾਨੂੰ ਦੇ ਦਿੱਤਾ ਸੀ ਤੇ ਹੁਣ ਦੁਬਾਰਾ ਨਹੀਂ ਪਾ ਰਿਹਾ, ਤਾਂ ਤੁਸੀਂ ਜ਼ਰਾ ਉਹਨੂੰ ਸਮਝਾਓ। ਤੇ ਕਹਿੰਦਾ ਗੁਰੂ ਸਾਹਿਬ ਨੇ ਕਿਹਾ ਅੱਛਾ ਠੀਕ ਹੈ, ਉਹਨੂੰ ਬੁਲਾ ਕੇ ਲਿਆਓ, ਮੈਂ ਉਹਨੂੰ ਸਮਝਾਉਂਦਾ। ਤਾਂ ਉਹਨੂੰ ਕਹਿੰਦੇ ਵੀ ਤੇਰੀ ਕੀ ਸ਼ਿਕਾਇਤ ਲਗਾਈ ਹੈ ਇਹਨਾਂ ਨੇ ਵੀ ਤੂੰ ਜਨੇਊ ਨਹੀਂ ਪਾ ਰਿਹਾ। ਤਾਂ ਜਨੇਊ ਨਹੀਂ ਪਾ ਰਿਹਾ ਤਾਂ ਫਿਰ ਉਹ ਕਹਿੰਦਾ ਹੈ ਕਿ ਬਈ ਆਸਾ ਦੀ ਵਾਰ ਦੇ ਵਿੱਚ ਤਾਂ ਤੁਸੀਂ ਲਿਖਿਆ ਹੈ ਕਿ ਜਨੇਊ ਦੀ ਤੁਸੀਂ ਨਿਖੇਧੀ ਕੀਤੀ ਹੋਈ ਹੈ ਗੁਰਬਾਣੀ ਦੇ ਵਿੱਚ, ਤੇ ਮੈਂ ਕਿਵੇਂ ਪਾ ਲਵਾਂ। ਤਾਂ ਉਹ ਜਿਹੜੀ ਸਾਰੀ ਗੱਲ ਹੈਗੀ ਹੈ ਉਹ ਕਰਦੇ ਨੇ। ਤੇ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਦਇਆ ਸਿੰਘ ਠੀਕ ਕਹਿ ਰਿਹਾ, ਸਿੱਖ ਵਾਸਤੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਜਨੇਊ ਪਾਏ। ਤੇ ਅੱਗੋਂ ਉਹਨੇ ਗੁਰੂ ਸਾਹਿਬ ਦੇ ਮੂੰਹੋਂ ਇਹ ਬਚਨ ਰਖਵਾਏ ਨੇ, ਇਹ ਵਾਰਤਕ ਵਿੱਚ ਨੇ, ਕਵਿਤਾ ਨਹੀਂ ਹੈ। फिर गुरु साहिब जी मुख बचन किया कि जो कोई किसी को कहे कि जनेऊ उतार उसको भी तनख्वाह, और जो कोई कहे कि जनेऊ पाओ उसको भी तनख्वाह। तो इस तरह मतलब ये है कि जनेऊ की प्रवानगी सतगुरु जी के कोलों वो करवा रहा है। ਤੇ ਕਦੋਂ ਕਰਵਾ ਰਿਹਾ? ਜਦੋਂ ਸਤਿਗੁਰੂ ਜੀ ਖਾਲਸਾ ਸਾਜ ਚੁੱਕੇ ਹਨ, ਜਦੋਂ ਸਾਨੂੰ ਰਹਿਤ ਦੇ ਚੁੱਕੇ ਹਨ, ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਿਲਕੁਲ ਇਹਦੇ ਚੋਂ ਨਕਾਰਾ ਕਰਨੀਆਂ ਚਾਹ। ਖੈਰ ਇਸ ਤੋਂ ਅੱਗੇ ਉਹਨੇ ਇੱਕ ਬੜੀ ਲੰਬੀ ਸਾਖੀ ਲਿਖੀ ਹੈ, ਉਹਦੇ ਚ ਉਹਨੇ ਆਪ ਕੁਝ ਨਹੀਂ ਲਿਖਿਆ। ਉਹਦਾ ਹੈਡਿੰਗ ਦਿੱਤਾ ਹੈ ਕਿ ਸਾਖੀ ਬਚਿੱਤਰ ਨਾਟਕ ਲਿਖਣੇ ਕੀ। ਤੇ ਉਹ ਕਹਿੰਦਾ ਹੈ ਕਿ ਹੁਣ ਸਤਿਗੁਰੂ ਜੀ ਨੇ ਬਚਿੱਤਰ ਨਾਟਕ ਲਿਖਿਆ। तो ਬਚਿੱਤਰ ਨਾਟਕ ਲਿਖਿਆ ਤੇ ਤਕਰੀਬਨ ਜਿਹੜੀ ਕਿਤਾਬ ਮੇਰੇ ਕੋਲ ਹੈ ਉਹਦੇ ਕੋਲ 30-40 ਪੰਨਿਆਂ ਦੇ ਵਿੱਚ ਪੂਰਾ ਬਚਿੱਤਰ ਨਾਟਕ ਦਾ ਪਾਠ ਦੇ ਦਿੰਦਾ। ਆਪ ਜਿਹੜੀਆਂ ਚੀਜ਼ਾਂ ਦਾ ਜ਼ਿਕਰ ਉਹਦੇ ਵਿੱਚ ਆਇਆ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰਦਾ। ਭਾਵ ਇਹ ਕਿ ਉਹਦੇ ਵਿੱਚ ਜੋ ਭੰਗਾਣੀ ਦੇ ਯੁੱਧ ਦਾ ਆਇਆ ਹੈ ਜਾਂ ਜਿਹੜੇ ਹੁਸੈਨੀ ਯੁੱਧ ਤੇ ਹੋਰ ਥਾਵਾਂ ਦਾ ਥੋੜਾ ਬਹੁਤ ਜ਼ਿਕਰ ਆਇਆ, ਉਹਨਾਂ ਦੇ ਬਾਰੇ ਇਹਨੇ ਆਪ ਕਿਸੇ ਵੀ ਚੀਜ਼ ਬਾਰੇ ਕੁਝ ਨਹੀਂ ਲਿਖਿਆ। ਸਿਰਫ ਇਹ ਨਾਟਕ ਦੇ ਕੇ, ਬਚਿੱਤਰ ਨਾਟਕ ਦੇ ਕੇ ਹੀ ਕੰਮ ਚਲਾ ਦਿੱਤਾ। ਤਾਂ ਗੁਰੂ ਸਾਹਿਬ ਦੇ ਜੀਵਨ ਦੀਆਂ ਜਿਹੜੀਆਂ ਬਹੁਤ ਇੰਪੋਰਟੈਂਟ ਡਿਟੇਲਸ ਨੇ ਇਹਨੇ ਮਿਸ ਕਰ ਦਿੱਤੀਆਂ ਨੇ। ਫਿਰ ਉਹ ਕਹਿੰਦਾ ਹੈ ਕਿ ਗੁਰੂ ਜੀ ਨੇ ਸਾਰੇ ਬਸਤਰ ਆਪਣੇ ਸਾੜ ਦਿੱਤੇ ਤੇ ਜਿਹੜਾ ਸੋਨਾ ਆਦਿਕ ਜੋ ਕੁਝ ਵੀ ਸੀ ਉਹ ਸਤਲੁਜ ਦੇ ਵਿੱਚ ਦਬਾ ਦਿੱਤਾ। ਤਾਂ ਜਦੋਂ ਰਾਜਿਆਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਬੰਦੇ ਭੇਜੇ ਕਿ ਵਿੱਚੋਂ ਸੋਨਾ ਲੱਭ ਕੇ ਲਿਆਓ, ਤਾਂ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਕਿਹਾ। ਤੇ ਫਿਰ ਉਹ ਗੁਰੂ ਸਾਹਿਬ ਨਾਲ ਨਾਰਾਜ਼ ਹੋਏ। ਫਿਰ ਉਹਨਾਂ ਨੇ ਜਾ ਕੇ ਸ਼ਿਕਾਇਤ ਲਗਾਈ ਸੂਬੇ ਨੂੰ। ਕਿਹੜਾ ਸੂਬਾ? ਲਾਹੌਰ ਦਾ ਜਾਂ ਸਰਹੰਦ ਦਾ, ਇਹ ਲਿਖਦਾ ਨਹੀਂ ਹੈ। ਤੇ ਸੂਬਾ ਜਿਹੜਾ ਰਾਜਿਆਂ ਦੇ ਨਾਲ ਰਲ ਕੇ ਫੌਜ ਚੜਾ ਲਿਆ ਆ, ਤਾਂ ਉਹ ਆ ਗਿਆ। ਤੇ ਫਿਰ ਉਹ ਲੜਾਈ ਹੋਈ, ਉਹ ਕਹਿੰਦਾ ਯੁੱਧ ਹੋਇਆ। ਤੇ ਰਾਜਿਆਂ ਨੇ ਕਿਹਾ ਕਿ ਤੁਸੀਂ ਆਪਣਾ ਉੱਪਰ ਆ ਜਾਓ। ਜਦੋਂ ਸੂਬਾ ਆਇਆ ਵੀ ਤੁਸੀਂ ਸਾਡੇ ਘਰਾਂ 'ਚ ਆ ਜਾਓ, ਤੇ ਗੁਰੂ ਸਾਹਿਬ ਨੇ ਨਾ ਕਰ ਦਿੱਤਾ। ਤਾਂ ਫਿਰ ਇਸ ਤਰ੍ਹਾਂ ਇਹ ਆਪਣੇ ਹੀ ਤਰੀਕੇ ਦੇ ਨਾਲ ਸਤਿਗੁਰੂ ਜੀ ਦੀ ਜਿਹੜੀ ਜੰਗ ਯੁੱਧ ਹੈ ਉਹਨੂੰ ਇੱਕ ਸਾਖੀ ਦੇ ਵਿੱਚ ਉਹ ਮੁਕਾ ਦਿੰਦਾ ਹੈ। ਸਾਖੀ ਸਾਹਿਬਜ਼ਾਦਿਆਂ ਕੀ ਸ਼ਹੀਦੀ ਦੀ। ਇਹਦੇ ਚ ਆਨੰਦਪੁਰ ਤੋਂ ਨਿਕਲਣ ਤੋਂ ਬਾਅਦ ਵੀ ਜਿਹੜਾ ਥੋੜਾ ਜਿਹਾ ਹੁੰਦਾ ਹੈ, ਮਹਿਲਾਂ ਦਾ ਦਿੱਲੀ ਜਾਣਾ ਵੀ, ਪਰਿਵਾਰ ਵਿਛੋੜੇ ਦਾ ਵੀ, ਚਮਕੌਰ ਦੀ ਯੁੱਧ ਦਾ ਵੀ, ਤੇ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਵੀ ਇਹਨੇ ਕੁਝ ਨਹੀਂ ਲਿਖਿਆ। ਇੱਕ ਸਾਖੀ ਦੇ ਵਿੱਚ ਹੀ ਪੂਰਾ ਸਫ਼ਰ ਜਿਹੜਾ ਹੈ ਸਤਿਗੁਰੂ ਜੀ ਦਾ ਉਹ ਦਰਸਾ ਦਿੰਦਾ ਹੈ। ਉਸ ਤੋਂ ਅੱਗੇ ਜਾ ਕੇ ਜਿਹੜਾ ਇਹਨੇ ਛੋਟੇ ਸਾਹਿਬਜ਼ਾਦਿਆਂ ਦਾ ਉਹਦੇ ਵਿੱਚ ਪੇਸ਼ ਹੋਣਾ ਕਚਹਿਰੀ ਦੇ ਵਿੱਚ, ਮਲੇਰਕੋਟਲੇ ਦੇ ਪਠਾਨ ਦਾ ਜਿਹੜਾ ਹੈਗਾ ਨਵਾਬ ਦਾ ਬਿਆਨ ਹੈ ਉਹ ਵੀ ਹੈਗਾ। ਫਿਰ ਇਸ ਤਰੀਕੇ ਨਾਲ ਕਰ ਕਰਕੇ ਇਹ ਲਿਖਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਮਾਤਾ ਸਾਹਿਬ ਦੇਵੀ ਜੀ ਸੀਗੇ। ਤਾਂ ਜਦੋਂ ਉਹਨਾਂ ਨੇ ਦੇਖਿਆ
ਕਿ ਸਾਹਿਬਜ਼ਾਦੇ ਹੁਣ ਸ਼ਹੀਦ ਹੋ ਗਏ ਨੇ, ਤੇ ਲਿਖਦਾ ਇਹ ਕਾਰਨ ਸੁਣ ਕੇ ਮਾਤਾ ਸਾਹਿਬ ਦੇवी जी ने बुर्ज से गिर के शरीर त्यागन किया, वहां ही माता जी का देहरा भी। तो फिर लिखता है माता सुंदरी जी दिल्ली ਵਿੱਚ ਜਾ ਕੇ ਬਹੁਤ ਦੇਰ ਰਹੇ, ਤੇ ਥੋੜੀ ਜਿਹੀ ਅੱਗੋਂ ਸਾਖੀ ਮਤਲਬ ਇਹਨੇ ਇੰਨੇ ਡਿਸਟੋਰਟਡ ਵੇ ਦੇ ਨਾਲ ਇੱਕ ਸਾਖੀ ਦੇ ਵਿੱਚ ਹੀ ਬੰਦੇ ਨਾਲ ਮਿਲਣਾ, ਗੁਰੂ ਜੀ ਦਾ ਸਾਰਾ ਸਫ਼ਰ, ਸਾਰੀਆਂ ਜੰਗਾਂ ਛੱਡ ਗਿਆ, ਮੁਕਤਸਰ ਦੀ ਜੰਗ ਤੇ ਜਿੱਥੇ ਜਿੱਥੇ ਗੁਰੂ ਸਾਹਿਬ ਦੀਆਂ ਝੜਪਾਂ ਹੋਈਆਂ ਰਾਜਸਥਾਨ ਵਿੱਚ, ਕਿਸੇ ਚੀਜ਼ ਦਾ ਇਹਨੇ ਕੋਈ ਜ਼ਿਕਰ ਨਹੀਂ ਕੀਤਾ, ਤੇ ਅੰਤ ਨੂੰ ਇਹਨਾਂ ਨੂੰ ਸਿੱਧਾ ਲੈ ਜਾਂਦਾ ਨੰਦੇੜ ਦੇ ਵਿੱਚ। ਉੱਥੇ ਵੀ ਤਕਰੀਬਨ ਉਹੀ ਸਾਖੀ ਲਿਖਦਾ ਹੈ ਜਿਹਦੇ ਵਿੱਚ ਅਸੀਂ ਅੱਗੇ ਪੜ੍ਹਿਆ ਕਿ ਗੁਰੂ ਸਾਹਿਬ ਉਸ ਪਠਾਨ ਦੇ ਨਾਲ ਚੌਪੜ ਖੇਲਦੇ ਹੁੰਦੇ ਸਨ, ਤੇ ਉਹਨੂੰ ਕਹਿੰਦੇ ਸਨ ਵੀ ਜਿਹੜਾ ਆਪਣੇ ਪਿਓ ਦਾ ਬਦਲਾ ਨਾ ਲਵੇ ਉਹ ਤਾਂ ਬੜਾ ਬੁਜ਼ਦਿਲ ਹੈ, ਉਹ ਬੜਾ ਨਕਾਰਾ ਬੰਦਾ ਹੈ। ਤੇ ਇਸ ਤਰ੍ਹਾਂ ਉਹ ਗੁਰੂ ਸਾਹਿਬ ਉਹਨੂੰ ਇਨਸਟੀਗੇਟ ਕਰ ਰਹੇ ਸਨ, ਤੇ ਫਿਰ ਇੱਕ ਦਿਨ ਉਹਨੇ ਗੁਰੂ ਸਾਹਿਬ ਉੱਤੇ ਹਮਲਾ ਕੀਤਾ। ਉਸੇ ਤਰ੍ਹਾਂ ਹੀ ਫਿਰ ਉਹ ਕਥਾ ਲਿਖੀ, ਉਹਨੂੰ ਮਾਰ ਦਿੱਤਾ। ਤੇ ਫਿਰ ਉਸ ਤੋਂ ਬਾਅਦ ਸੇਮ ਇਹਨੇ ਸਾਖੀ ਲਿਖੀ ਹੈ ਕਿ ਚਿੱਲਾ ਚੜਾਉਣ ਲੱਗਿਆ ਜਦੋਂ, ਤੇ ਉਦੋਂ ਗੁਰੂ ਸਾਹਿਬ ਦੇ ਜ਼ਖਮ ਫਿਰ ਖੁੱਲ ਗਏ, ਤੇ ਫਿਰ ਸਤਿਗੁਰੂ ਜੀ ਨੇ ਜਿਹੜਾ ਹੈਗਾ ਉਹ ਆਪਣਾ ਕੀਤਾ, ਜੋਤੀ ਜੋਤ ਸਮਾਏ। ਤੇ ਜਦੋਂ ਸਿੱਖਾਂ ਨੇ ਪੁੱਛਿਆ ਤਾਂ ਉੱਥੇ ਇਹਨੇ ਜਿਹੜਾ ਲਿਖਿਆ ਉਹ ਲਿਖਦਾ ਹੈ, अब मेरी जगह गुरु ग्रंथ साहिब जी को जानना, जिसने मेरे से बात करनी होए आज ग्रंथ साहिब का पाठ करना, मेरे से बातें होएंगी, तुमको मैं भगवती की गोद में डाल दिया है, ये वचन करके फरमाया जो विमान तैयार करो। सिखा ने विमान तैयार किया, आपने लेट के चादर तान लिया, निज पद निर्वाण में प्रभ लीन पाए, ना कहूँ आए ना कहूँ गए, यह चरित्र देख के सब लोगों ने सतगुरु को पार ब्रह्म ज्योति स्वरूप जाना, निश्चय अधिक अधिक भई, संस्कार गुरु जी के शरीर का किया, श्री गुरु साहिब जी की जगह ग्रंथ जी को जाना। तो ਇਹਦੇ ਨਾਲ ਇਹਦੀ ਦਸਮ ਪਾਤਸ਼ਾਹ ਦੇ ਜੀਵਨੀ ਕਥਾ ਜਿਵੇਂ ਇਹਨੇ ਲਿਖੀ ਹੈ ਉਹ ਸੰਖੇਪ ਵਿੱਚ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਕੁਝ ਗੱਲਾਂ ਵਿੱਚੋਂ ਚੁੱਕੇ ਉਹ ਰੈਪੀਟੀਸ਼ਨ ਬਹੁਤ ਸੀ, ਔਰ ਕਈ ਥਾਵਾਂ ਤੇ ਇਹਨੇ ਬੜੇ ਅਜੀਬੋ ਗਰੀਬ ਨਾਲ ਢੰਗ ਜਿਹੜਾ ਗੁਰੂ ਸਾਹਿਬ ਜੀ ਦਾ ਅਖੀਰਲਾ ਸਫ਼ਰ ਹੈ ਉਹਦਾ ਦਿੱਤਾ ਹੈ। ਉਹ ਮੈਨੂੰ ਲੱਗਿਆ ਕਿ ਉਹਦੇ ਬਾਰੇ ਕੋਈ ਬਹੁਤਾ ਕੁਝ ਡਿਸਕਸ ਕਰਨ ਦੀ ਲੋੜ ਨਹੀਂ। ਜਿਸ ਢੰਗ ਨਾਲ ਇਹਨੇ ਪਹਿਲੀ ਕਥਾ ਲਿਖੀ ਹੈ ਆਪ ਜੀ ਨੂੰ ਅੰਦਾਜ਼ਾ ਤੇ ਸਭ ਨੂੰ ਲੱਗ ਹੀ ਚੁੱਕਾ ਹੈ, ਤੇ ਉਹਦੇ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਗੋਂ ਵੀ ਇਹਨੇ ਕੀ ਕੁਝ ਲਿਖਿਆ। ਤੋ ਇਸ ਤਰ੍ਹਾਂ ਇਹ ਦਸਮ ਪਾਤਸ਼ਾਹ ਦੀ ਜੀਵਨੀ ਨੂੰ ਸੰਪੂਰਨ ਕਰਦਾ ਹੈ। ਤੇ ਜਦੋਂ ਹੁਣ ਇਹ ਸਾਰੀ ਕਿਤਾਬ ਜਿਹੜੀ ਹੈ ਮਹਿਮਾ ਪ੍ਰਕਾਸ਼, ਇਹਦੇ ਬਾਰੇ ਆਪਾਂ ਵਿਚਾਰ ਕਰ ਲਈ ਹੈ, ਆਪ ਜੀ ਨੇ ਸਰਵਣ ਕਰ ਲਈ ਹੈ, ਤਾਂ ਹੁਣ ਇਹ ਸਾਡੇ ਵਾਸਤੇ ਨਿਰਣਾ ਕਰਨ ਵਾਲੀ ਗੱਲ ਹੈ ਕਿ ਅਸੀਂ ਇਸ ਕਿਤਾਬ ਦਾ ਕੀ ਸਾਡੇ ਵਾਸਤੇ ਸਟੇਟਸ ਹੋਣਾ ਚਾਹੀਦਾ ਹੈ। ਇਹ ਮਹਿਮਾ ਇਹਦੇ 'ਚ ਕਿੰਨੀ ਕੁ ਹੈ ਸਤਿਗੁਰਾਂ ਦੀ, ਤੇ ਗੁਰੂ ਸਾਹਿਬ ਦੇ ਜੀਵਨ ਨੂੰ ਕਿੰਨਾ ਕੁ ਵਿਗਾੜ ਕੇ ਇਹਦੇ 'ਚ ਦੱਸਿਆ ਗਿਆ, ਉਹ ਆਪਾਂ ਅੰਦਾਜ਼ਾ ਲਗਾ ਲਈਏ। ਇੱਥੇ ਹੀ ਸਮਾਪਤੀ ਹੈ ਜੀ ਇਹਦੇ ਜਿਹੜੀ ਸਮੁੱਚੀ ਪੁਸਤਕ ਦੀ ਅੱਜ ਇੱਥੇ ਸਮਾਪਤੀ ਕਰ ਰਹੇ ਹਾਂ। ਇਸ ਦੌਰਾਨ ਬਹੁਤ ਸਾਰੀਆਂ ਭੁੱਲਾਂ ਕੁਦਰਤੀ ਤੌਰ ਤੇ ਹੋ ਗਈਆਂ ਹੋਣਗੀਆਂ ਜੀ, ਉਹਨਾਂ ਵਾਸਤੇ ਖਿਮਾ ਦਾ ਜਾਚਕ ਹਾਂ ਜੀ, ਖਿਮਾ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।